ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ। ਆਦਿ ਸਚ ਜੁਗਾਦਿ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਸਦਾ ਸਚਿਦਾਨੰਦ ਸਤਰੰ ਪਰਨਾਸੀ ਕਰੀ ਮੁਲ ਕੁਨਿੰਦਾ ਸਮਸਤਲ ਨਿਵਾਸੀ। ਅਜਾਇਬ ਵਿਭੂਤੇ ਗਜਾਇਬ ਗਨੀਮੇ ਹਰਿਯੰ ਕਰਿਯੰ ਕਰੀ ਮੁਲ ਰਹੀਮੇ। ਚਤਰ ਚਕਰ ਵਰਤੀ ਚਤਰ ਚਕਰ ਭੁਗਤੇ ਸਵੈਂ ਭੂ ਸਭਹੂੰ ਸਰਬਦਾ ਸਰਬ ਜੁਗਤੇ। ਦੁਕਾਲੰ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ। ਗੁਰੂ ਗ੍ਰੰਥ ਕਲ ਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ। 10 ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ। ਜੋ ਮੁਝ ਬਚਨ ਸੁਨਨ ਕੀ ਚਾਹੇ ਗ੍ਰੰਥ ਵਿਚਾਰ ਸੁਨੋ ਚਿਤ ਲਾਏ। मेरो रूप ग्रंथ जी जान या मैं भेद न रंचक मान। पूर्ण देखियो आत्मा द्वैत सर्ब निवार। पै शांत मन संत जेहे तेह पद नमो हमार। ਮੂਕੂਚ ਰਹਿ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੇ ਵਰਨ ਸਕੈ ਮਹਿਮਾ ਜੋ ਤਿਹਾਰੇ। हम ना सकत कर सिफत तुम्हारी आप लिहो तुम कथा सुधारी। वाहिगुरु जी का खालसा वाहिगुरु जी की फतेह। परम सत्कारयोग ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੁਸ਼ੋਭਿਤ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਸਾਰੀਆਂ ਸੰਗਤਾਂ ਇਸ ਸਥਾਨ ਦੇ ਨੇੜੇ ਤੋਂ ਜਾਂ ਦੂਰ ਤੋਂ ਗੁਰੂ ਨਾਨਕ ਦੇ ਦਰਬਾਰ ਵਿੱਚ ਪਹੁੰਚੇ ਹੋ। ਆਪਣੇ ਆਪਣੇ ਸਵਾਸਾਂ ਦੀ ਪੂੰਜੀ ਨੂੰ ਸਫਲਿਆਂ ਕਰਨ ਵਾਸਤੇ ਇਹਾਂ ਖਾਟ ਚਲੋ ਹਰ ਲਾਹਾ ਆਗੇ ਵਸਨ ਸੁਹੇਲਾ। ਆਪਣੀ ਉਸ ਜ਼ਿੰਦਗੀ ਵਾਸਤੇ ਜਿਹੜੀ ਜ਼ਿੰਦਗੀ ਐਸ ਜ਼ਿੰਦਗੀ ਦੇ ਮੁੱਕਣ ਤੋਂ ਆਰੰਭ ਹੋਏਗੀ, ਉਸ ਜ਼ਿੰਦਗੀ ਦੀ ਸੁੱਖ ਸ਼ਾਂਤੀ ਲਈ ਉਹਦੀਆਂ ਸਹੂਲਤਾਂ ਬਣਾਉਣ ਵਾਸਤੇ ਤੇ ਅੱਗੇ ਵਸਣਾ ਸੌਖਾ ਹੋਵੇ, ਸੁਹੇਲਾ ਹੋਵੇ, ਸੁਖਦਾਈ ਹੋਵੇ, ਉਹਦੇ ਵਾਸਤੇ ਮਹਾਨ ਇਹ ਕੁੰਭ ਲੱਗਿਆ ਹੋਇਆ ਹੈ।
ਜੋ ਮਹਾਂਪੁਰਸ਼ਾਂ ਦੀ ਕਾਲਣਾ ਕਮਾਈ, ਬਹੁਤ ਹੀ ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਅਜਮੇਰ ਸਿੰਘ ਜੀ ਪੂਰਨ ਪੁਰਖਾਂ ਤੋਂ ਭਰੋਸਾਏ ਹੋ ਕਰਕੇ ਸ਼ੁਭ ਗੁਣਾਂ ਦਾ ਸਮਗਰ ਬਣੇ ਤੇ ਉਹਨਾਂ ਮਹਾਂਪੁਰਸ਼ਾਂ ਦਾ ਇਹ ਪਰਉਪਕਾਰ ਹੈ ਆਪਣੇ ਸਾਰਿਆਂ 'ਤੇ ਕਿ ਜੋ ਸ਼ਾਂਤ ਵਾਤਾਵਰਨ, ਜਿਸ ਵਾਤਾਵਰਨ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਗੁਜ਼ਾਰੀ ਹੈ, ਇਸ ਧਰਤੀ ਦੇ ਵਿੱਚ ਉਹਨਾਂ ਦੀ ਇਕਾਗਰਤਾ ਦਾ ਪ੍ਰਭਾਵ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੂਰਨ ਰੂਪ ਦੇ ਅੰਦਰ ਪ੍ਰਤੱਖ ਗੁਰੂ ਨਾਨਕ ਦਾ ਸਰੂਪ ਸਮਝ ਕੇ, ਜਿਵੇਂ ਇਹਨਾਂ ਦੇ ਵੱਡੇ ਪੂਜਦੇ ਆ ਰਹੇ ਹਨ ਸ਼੍ਰੀਮਾਨ ਸੰਤ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼, ਸੰਤ ਬਾਬਾ ਮੀਹਾਂ ਸਿੰਘ ਜੀ ਮਹਾਂਪੁਰਸ਼, ਉਸੇ ਚਾਲੀ 'ਤੇ ਚੱਲਦੇ ਹੋਏ ਇਹਨਾਂ ਮਹਾਂਪੁਰਖਾਂ ਨੇ ਬਹੁਤ ਵੱਡਾ ਇਹ ਪਰਉਪਕਾਰ ਇਸ ਇਲਾਕੇ 'ਤੇ ਕੀਤਾ ਹੈ। ਜਿੱਥੇ ਵੈਸਣ ਸਾਧ ਜਨ ਸੋ ਥਾਨ ਸੁਹੰਦਾ, ਅਜੇ ਸੋਭਨੀਕ ਹੋ ਗਈ ਅਜੇ, ਕਿਉਂ ਉਹ ਸੇਵਨ ਸਮਰੱਥ ਆਪਣਾ ਬਿਨ ਸਹਿ ਸੋ ਬੰਦਾ। ਉਹ ਆਪਣੀ ਸਮਰੱਥ ਸਰਬ ਸ਼ਕਤੀਮਾਨ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਜਿਹਦੇ ਨਾਲ ਬੁਰਾਈਆਂ ਖਤਮ ਹੋ ਜਾਂਦੀਆਂ ਨੇ। ਇਰਦੋ ਗਿਰਦ ਸਾਰਾ ਹੀ ਵਾਤਾਵਰਨ ਸ਼ੁੱਧ ਹੋ ਜਾਂਦਾ ਤੇ ਉਸ ਸ਼ੁੱਧ ਵਾਤਾਵਰਨ ਦੇ ਅੰਦਰ ਕੋਈ ਪਾਪ ਆਤਮਾ ਵੀ ਆ ਜਾਏ, ਉਹਦੇ 'ਤੇ ਵੀ ਉਹਦਾ ਪ੍ਰਭਾਵ ਪੈਂਦਾ ਹੈ। ਜਿਵੇਂ ਗੰਗਾ ਦੇ ਪਾਣੀ ਦੇ ਅੰਦਰ ਗੰਦੇ ਨਾਲੇ ਵੀ ਪੈ ਜਾਣ, ਉਹ ਗੰਗਾ ਦਾ ਰੂਪ ਇਹ ਹੋ ਜਾਂਦੇ ਹੈ। ਪਾਣੀ ਟੋਭਿਆਂ ਦਾ ਹੋਵੇ ਜਿਹਦੇ ਵਿੱਚ ਬਹੁਤ ਸਾਰਾ ਗੰਦ ਹੁੰਦਾ ਹੈ, ਗਲੀਆਂ ਦੇ ਵਿੱਚ ਬੇਅੰਤ ਚਿੱਕੜ ਹੁੰਦਾ ਹੈ, ਨਾਲਿਆਂ ਦੇ ਵਿੱਚ ਤਾਂ ਫਿਰ ਗੰਦ ਹੁੰਦਾ ਹੀ ਹੈ। ਜਿਉਂ ਮੀਂਹ ਬੂਠੇ, ਮੀਂਹ ਪੈ ਜਾਏ, ਗਲੀਆਂ ਟੋਭਿਆਂ ਨਾਲਿਆਂ ਕਾ ਜਲ ਜਾਏ ਪਵੈ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਏ। ਤੇ ਉਹ ਪਾਣੀ ਸ਼ੁੱਧ ਗੰਗਾ ਦਾ ਰੂਪ ਬਣ ਜਾਂਦਾ ਹੈ। ਇਹ ਗੁਰੂ ਨਾਨਕ ਦੇ ਘਰ ਦੀ ਸਤਸੰਗਤ ਦੀ ਗੰਗਾ ਹੈ, ਜਿੱਥੇ ਮਲਨ ਬੁੱਧ ਵਾਲੇ ਵਿਸ਼ਈ ਪਾਮਰ ਪੁਰਸ਼ ਵੀ ਆ ਕੇ ਉਹਨਾਂ ਦਾ ਮਨ ਵੀ ਵਿਕਾਰਾਂ ਨੂੰ ਛੱਡ ਕੇ ਸ਼ੁੱਧ ਹੋ ਕੇ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਜੁੜ ਜਾਂਦਾ। ਸੰਗਤ ਦਾ ਬਹੁਤ ਵੱਡਾ ਪ੍ਰਤਾਪ ਹੈ। ਹੁਣ ਆਪ ਜੀ ਨੇ ਗੁਰੂ ਦੀ ਪਾਵਨ ਹਜ਼ੂਰੀ ਵਿੱਚ ਕੀਰਤਨ ਕਰਨ ਵਾਲੇ ਕੀਰਤਨੀਆਂ ਦੇ ਕੋਲੋਂ ਬਹੁਤ ਪਿਆਰਾ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ। ਆਪ ਜੀ ਸੁਣ ਰਹੇ ਸੀ, ਜਿਨ ਕੇ ਚੋਲੇ ਰਤਲੇ ਪਿਆਰੇ ਕੰਤ ਤਿਨਾਂ ਕੇ ਪਾਸ, ਧੂੜ ਤਿਨਾਂ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਉਹਨਾਂ ਰਤਿਆਂ ਹੋਇਆਂ ਦਾ ਇਹ ਸ਼ਬਦ ਦੇ ਵਿੱਚ ਜ਼ਿਕਰ ਕੀਤਾ ਹੈ, ਜਿਨ੍ਹਾਂ ਦੇ ਅੰਤਸ਼ਕਰਨ ਰੂਪੀ ਚੋਲੇ ਨਾਮ ਰੂਪੀ ਰੰਗ ਦੇ ਨਾਲ ਰੰਗੇ ਗਏ ਹੈ, ਤੇ ਉਹਨਾਂ ਦਾ ਇਸ ਸ਼ਬਦ ਵਿੱਚ ਇਸ਼ਾਰਾ ਕੀਤਾ ਗਿਆ ਹੈ। ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਨ ਤੇ ਹੁਣੇ ਸੁਣੀ ਆਪ ਜੀ ਨੇ ਸੁਣਿਆ ਸੀ ਵੀ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਕਥਾ ਸੁਣਾਉ। ਬਾਬਾ ਜੀ ਨੇ ਹੁਣੇ ਅਨਾਉਂਸਮੈਂਟ ਕੀਤੀ।
ਤੇ ਇਹ ਜਿਹੜੀਆਂ ਬਾਰ-ਬਾਰ ਸਾਨੂੰ ਕੰਨਾਂ ਦੇ ਨਾਲ ਗੱਲਾਂ ਸੁਣਨ ਨੂੰ ਮਿਲਦੀਆਂ ਨੇ, ਇਹਨਾਂ 'ਤੇ ਥੋੜ੍ਹਾ ਜਿਹਾ ਧਿਆਨ ਵੀ ਕਰਨਾ ਚਾਹੀਦਾ। ਮਨ ਕੀ ਹੈ, ਮਨ ਦੀਆਂ ਬਿਰਤੀਆਂ ਕੀ ਹਨ, ਫਿਰ ਇਕਾਗਰਤਾ ਦੀ ਗੱਲ ਆਏਗੀ। ਜਿਵੇਂ ਸਾਡਾ ਸਰੀਰ ਹੈ, ਇਹ 5 ਤੱਤਾਂ ਦਾ ਬਣਿਆ ਹੋਇਆ ਹੈ। 5 ਤੱਤਾਂ ਦੀਆਂ 25 ਪ੍ਰਕਿਰਤੀਆਂ ਬਣਾ ਕੇ ਇੱਕ ਦੂਜੇ 'ਚ ਸਮਿਲਿਤ ਕੀਤੀਆਂ ਹੋਈਆਂ। ਹਰੇਕ ਤੱਤ ਦਾ ਮੁੱਖ ਭਾਗ ਉਹਦੇ ਕੋਲ ਰਹਿ ਗਿਆ ਹੈ। ਅੱਧਾ ਭਾਗ ਜਿਹੜਾ ਉਹ 4 ਥਾਂ 'ਤੇ ਵੰਡ ਦਿੱਤਾ ਹੈ। ਇਉਂ 5-5 ਟੁਕੜੇ ਇਹਨਾਂ ਤੱਤਾਂ ਦੇ ਹੋ ਕੇ 5 25 ਹੋਇਆ। ਇਹਨੂੰ 25 ਪ੍ਰਕਿਰਤੀਆਂ ਕਹਿੰਦੇ। ਜਦੋਂ ਕੋਈ ਬਿਮਾਰੀ ਲੱਗਦੀ ਹੈ, ਪ੍ਰਕਿਰਤੀ ਦੀ ਬਾਤ ਘਾਟ ਹੁੰਦੀ ਹੈ। ਸਰੀਰ ਪ੍ਰਕਿਰਤੀ ਦਾ। ਤੇ ਜਿਸ ਤਰ੍ਹਾਂ 5 ਤੱਤ 25 ਪ੍ਰਕਿਰਤੀਆਂ ਦਾ ਸਾਡਾ ਸਥੂਲ ਸਰੀਰ ਹੈ, ਇਸੇ ਤਰ੍ਹਾਂ ਸਾਡਾ ਜਿਹੜਾ ਮਨ ਹੈ, ਤੇ ਉਹਦੇ ਬਾਰੇ ਸਾਨੂੰ ਇਸ ਲਈ ਘੱਟ ਜਾਣਕਾਰੀ ਮਿਲਦੀ ਹੈ। ਸਰੀਰ ਜੰਮਦਾ ਤਾਂ ਸੰਸਾਰ ਨੇ ਵੇਖਿਆ, ਦਾਈਆਂ ਨੇ ਦੇਖਿਆ, ਜੰਮਣ ਵਾਲੀ ਨੇ ਦੇਖਿਆ ਹੈ ਕਿ ਮੇਰੇ ਤਨ ਤੋਂ ਬੱਚੇ ਦਾ ਜਨਮ ਹੋਇਆ, ਪਰ ਮਨ ਜੰਮਦਾ ਤਾਂ ਕਿਸੇ ਨੇ ਨਹੀਂ ਦੇਖਿਆ। ਤੇ ਸਾਡੇ ਸਰੀਰ ਦੇ ਵਿੱਚ ਮਨ ਰਹਿ ਰਿਹਾ ਹੈ, ਤੇ ਸਾਨੂੰ ਇਹ ਨਹੀਂ ਪਤਾ ਵੀ ਉਹ ਜੰਮਿਆ ਕਿਵੇਂ ਹੈ। ਤਨ ਦਾ ਤਾਂ ਪਤਾ ਵੀ ਸਰੀਰ ਜੰਮਿਆ। ਇਸ ਕਰਕੇ ਕਦੇ ਉਹਦਾ ਵੀ ਖਿਆਲ ਕਰਨ ਦੀ ਲੋੜ ਹੈ। ਆਖਰ ਮਨ ਹੈ ਕਿ ਜਿਹਦੇ ਬਾਰੇ ਕਿਹਾ ਜਾਂਦਾ ਹੈ ਮਨ ਨੂੰ ਇਕਾਗਰ ਕਰੋ, ਜਿਹਦੇ ਬਾਰੇ ਕਿਹਾ ਜਾਂਦਾ ਹੈ ਮਨ ਲਾ ਕੇ ਕੰਮ ਕਰ, ਜਿਹਦੇ ਬਾਰੇ ਕਿਹਾ ਜਾਂਦਾ ਹੈ ਭਗਤੀ ਕਰਨੀ ਆ ਮਨ ਕਰਕੇ ਕਰ, ਮਨ ਲਾ ਕੇ ਭਗਤੀ ਕਰ, ਮਨ ਲਾ ਕੇ ਬਾਣੀ ਪੜ੍ਹ, ਮਨ ਲਾ ਕੇ ਕੀਰਤਨ ਕਰ। ਇਹਦੇ ਬਾਰੇ ਜਾਣਕਾਰੀ ਵੀ ਤਾਂ ਚਾਹੀਦੀ ਹੈ। ਇਹ ਸਰੀਰ ਦੇ ਵਿੱਚ ਹੈ, ਇਸ ਤਨ ਮਹਿ ਮਨ, ਸਰੀਰ ਦੇ ਵਿੱਚ ਇਹ ਮਨ ਹੈ, ਪਰ ਦੇਖਿਆ ਕਿਸੇ ਨੇ ਨਹੀਂ। ਕਿਉਂਕਿ ਅਸੀਂ ਦੇਖਣ ਦਾ ਯਤਨ ਕਦੋਂ ਕੀਤਾ ਹੈ? ਦੇਖਣ ਦੀ ਜ਼ਰੂਰਤ ਹੀ ਨਹੀਂ ਸਮਝੀ, ਉਹ ਤੋਂ ਬਿਨਾਂ ਹੀ ਕੰਮ ਚੱਲੀ ਜਾਂਦਾ। ਵਾਧੂ ਸਿਰ ਘਪਾਈ ਕਾਹਨੂੰ ਕਰਨੀ ਹੈ, ਇਹ ਤੋਂ ਬਿਨਾਂ ਹੀ ਚੱਲ ਰਿਹਾ। ਨਹੀਂ ਭਾਈ, ਜਦੋਂ ਆਵਾਜ਼ ਪੈਂਦੀ ਹੈ ਵੀ ਮਨ ਨੂੰ ਇਕਾਗਰ ਕਰੋ, ਮਨ ਨੂੰ ਇਕਾਗਰ ਤਾਂ ਕਰੋ ਜੇ ਪਤਾ ਹੋਵੇ ਵੀ ਮਨ ਹੈ ਕੀ। ਇਹ ਸਮਝੇ ਨਹੀਂ ਹੈ। ਦੁਸ਼ਮਣ ਨੂੰ ਮਾਰਨਾ ਹੋਵੇ, ਪਹਿਲਾਂ ਉਹਦੀ ਥਾਂ ਦਾ ਪਤਾ ਕਰਨਾ ਪੈਂਦਾ, ਕਿੱਥੇ ਰਹਿੰਦਾ ਉਹ। ਜਦੋਂ ਦੁਸ਼ਮਣ ਦਾ ਪਤਾ ਹੀ ਨਾ ਹੋਵੇ ਰਹਿੰਦਾ ਕਿੱਥੇ, ਮਾਰੋਗੇ ਕੀ ਉਹਨੂੰ। ਇਸ ਕਰਕੇ ਇਸ ਤਨ ਦੇ ਵਿੱਚ ਵਸਣ ਵਾਲਾ ਮਨ ਦੁਸ਼ਮਣਾਂ ਦਾ ਦੁਸ਼ਮਣ, ਮਿੱਤਰਾਂ ਦਾ ਮਿੱਤਰ ਹੈ। ਉਹ ਰਹਿੰਦਾ ਕਿੱਥੇ ਹੈ? ਇਸ ਤਨ ਮਹਿ ਮਨ ਕੋਈ ਗੁਰਮੁਖ ਦੇਖੈ, ਕੋਈ ਗੁਰਮੁਖ ਦੇਖਦਾ ਹੈ ਕਮਾਈਆਂ ਕਰਨ ਵਾਲਾ। ਭਾਏ ਭਗਤ ਜੋ ਹਉਮੈ ਸੁਖ ਹੈ। ਲਓ, ਇਹ ਜਿਨ੍ਹਾਂ ਦੀ ਨਿਗਾਹ ਕਮਜ਼ੋਰ ਹੈ, ਐਨਕ ਲਾ ਦਿੱਤੀ ਗੁਰੂ ਨਾਨਕ ਨੇ। ਜਦੋਂ ਪ੍ਰੇਮਾ ਭਗਤੀ ਕਰੋਗੇ ਤੇ ਹਉਮੈ ਮੁੱਕ ਜਾਏਗੀ ਹਿਰਦੇ ਚੋਂ, ਉਦੋਂ ਮਨ ਵੀ ਦਿਖ ਜਾਊਗਾ ਵੀ ਭਾਈ ਕਿੱਥੇ ਹੈ। ਜੇ ਸੂਰਜ ਵੇਖਣਾ ਹੈ ਤਾਂ ਫਿਰ ਕੋਠੇ ਦੀ ਛੱਤ ਦੇ ਹੇਠਾਂ ਬੈਠਿਆਂ ਬੈਠਿਆਂ ਸੂਰਜ ਨਹੀਂ ਦਿਸਣਾ। ਕੋਠੇ ਦੀ ਛੱਤ ਨੇ ਨਹੀਂ ਦਿਸਣ ਦੇਣਾ। ਇਹ ਪੜਦਾ ਹੈ। ਅੱਖਾਂ ਬੰਦ ਕਰਕੇ ਸੂਰਜ ਨਹੀਂ ਦਿਸਣਾ, ਅੱਖਾਂ ਖੋਲ੍ਹਣੀਆਂ ਪੈਣਗੀਆਂ।
ਕੋਠੇ ਤੋਂ ਬਾਹਰ ਜਾ ਕੇ ਸੂਰਜ ਦਿਸਦਾ ਹੈ। ਜਿੰਨੀ ਦੇਰ ਤੱਕ ਇਹ ਚਮੜੇ ਦਾ ਅਧਿਆਸ ਹੀ ਨਹੀਂ ਛੱਡਿਆ, ਉਨੀ ਦੇਰ ਤੱਕ ਮਨ ਕਿੱਥੇ ਦਿਖ ਜੂਗਾ ਭਾਈ। ਅਸੀਂ ਤਾਂ ਤਨ ਦੇ ਨਾਲੇ ਬਹੁਤ ਜੁੜੇ ਹੋਏ ਹਾਂ। ਮਿਥਿਆ ਤਨ ਹੈ, ਮਿਥਿਆ ਝੂਠ ਹੈ, ਇਹਦਾ ਮਤਲਬ ਝੂਠ ਨਾਲ ਜੁੜੇ ਹੋਏ ਹਾਂ ਫਿਰ ਅਸੀਂ। ਮਿਥਿਆ ਤਨ ਧਨ ਕੁਟੰਬ ਸਵਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਤਨ ਮਾਲ, ਮਿਥਿਆ ਕਾਮ ਕ੍ਰੋਧ। ਇਹ ਸਭ ਕੁਛ ਮਿਥਿਆ ਹੀ ਹੈ, ਬੇਕਰਾਰ ਸਰੂਪ ਹੈ ਇਹਨਾਂ ਦਾ। ਅਖੀਰ ਕਹਿੰਦਾ ਬਿਨ ਬੂਝੇ ਮਿਥਿਆ ਸਭ ਪਏ, ਸਫਲ ਦੇ ਨਾਨਕ ਹਰ ਹਰ ਨਾਮ। ਸੋ ਇਸ ਕਰਕੇ ਮਨ ਜਿਹੜਾ ਹੈ ਉਹਦੀ ਪੈਦਾਇਸ਼ ਵੀ ਬਿਲਕੁਲ ਇਸੇ ਤਰ੍ਹਾਂ ਹੋਈ ਹੈ ਜਿਵੇਂ ਪੰਜਾਂ ਤੱਤਾਂ ਦਾ, 25 ਪ੍ਰਕਿਰਤੀਆਂ ਦਾ ਸਾਡਾ ਸਰੀਰ ਬਣਿਆ ਹੈ। ਇਸੇ ਤਰ੍ਹਾਂ 17 ਤੱਤਾਂ ਦਾ ਸਾਡਾ ਅੰਤਸ਼ਕਰਨ ਬਣਿਆ। ਉਹ 25 ਪ੍ਰਕਿਰਤੀਆਂ ਦਾ, ਇਹ 17 ਤੱਤਾਂ ਦਾ। 5 ਗਿਆਨ ਇੰਦਰੇ, 5 ਕਰਮ ਇੰਦਰੇ, 5 ਭਰਾਮ, 5 ਤੀਆ 15 ਹੋ ਗਏ। ਮਨ ਅਰ ਬੁੱਧ, ਇਹ 17 ਜਿਹੜੇ ਨੇ, ਇਹ 17 ਦਾ ਸੂਖਸ਼ਮ ਸਰੀਰ ਬਣਦਾ, ਜਿਹੜਾ ਇੱਕ ਸਰੀਰ ਛੱਡ ਕੇ ਹੋਰ ਥਾਂ ਤੇ ਚਲਿਆ ਜਾਂਦਾ। ਸੂਖਮ ਸਰੀਰ ਦੇ ਵਿੱਚ 17 ਤੱਤ ਨੇ। 5 ਤੱਤਾਂ ਦੀ ਸਤੋਮਈ ਅੰਸ਼ ਲੈ ਕੇ ਫਿਰ ਇਹ ਮਨ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਕੇ ਬਣਾਉਂਦਾ ਹੈ। ਇਹੋ ਮਨ ਕਰਮਾ, ਇਹੋ ਮਨ ਧਰਮਾ, ਇਹੋ ਮਨ ਪੰਜ ਤੱਤ ਤੇ ਜਨਮਾ। ਇਹਦਾ ਜਨਮ ਵੀ ਤੱਤਾਂ ਤੋਂ ਹੈ, ਪਰ ਉਹ ਤੱਤ ਸੂਖਮ ਨੇ। ਉਹ ਸੂਖਮ ਤੱਤ ਹੋਣ ਕਰਕੇ ਦਿਸਦੇ ਨਹੀਂ, ਤੇ ਮਨ ਵੀ ਉਹਨਾਂ ਦਾ ਹੀ ਬਣਿਆ, ਇਸ ਕਰਕੇ ਮਨ ਵੀ ਨਹੀਂ ਦਿਸਦਾ। ਉਹ ਤੱਤ ਵੀ ਸੂਖਮ, ਮਨ ਵੀ ਸੂਖਮ। ਇਸ ਕਰਕੇ ਮਨ ਇੰਦਰੀਆਂ ਨੂੰ ਦੇਖ ਰਿਹਾ, ਇੰਦਰੀ ਨਹੀਂ ਮਨ ਨੂੰ ਦੇਖ ਸਕਦੇ। ਸੂਖਮ ਚੀਜ਼ ਅਸਥੂਲ ਨੂੰ ਦੇਖ ਸਕਦੀ ਹੈ, ਅਸਥੂਲ ਸੂਖਮ ਨੂੰ ਨਹੀਂ ਦੇਖ ਸਕਦੀ। ਇਸ ਕਰਕੇ ਝਗੜਾ ਛਿੜਿਆ ਵਾ। ਝਗੜਤ ਜਨਮ ਗਵਾਇਆ, ਜਨਮ ਵਿਅਰਥ ਹੀ ਜਾ ਰਿਹਾ ਹੈ। ਇਸ ਕਰਕੇ ਮਨ ਸਤੋਮਈ ਤੱਤਾਂ ਦੀ ਅੰਸ਼ ਹੈ। ਸਤੋ ਅੰਸ਼ ਭੂਤਨ ਕੀ ਜੋ ਹੈ, ਤਾਂ ਤੇ ਅੰਤःਕਰਨ ਵਹਿਓ ਹੈ। ਰਾਗ ਦਵੈ ਸੋ ਕੋਗ ਸਜਾਤੇ, ਸੋ ਭੀ ਰਾਵਰੋ ਰੂਪ ਨਾ ਤਾਤੇ। ਹੇ ਜਗਿਆਸੂ, ਕਹਿੰਦੇ ਇਹ ਵੀ ਤੇਰਾ ਰੂਪ ਨਹੀਂ ਹੈ, ਤੱਤਾਂ ਦਾ ਰੂਪ ਹੈ। ਮਨ ਵੀ ਤੇਰਾ ਰੂਪ ਨਹੀਂ ਹੈ। ਤੇਰਾ ਤਾਂ ਰੂਪ ਜਿਹੜਾ ਹੈ ਸਤ ਚੇਤਨ ਆਨੰਦ, ਇਹ ਬ੍ਰਹਮ ਦੀ ਅੰਸ਼ ਆਤਮਾ, ਜਿਹੜੇ ਵਿਸ਼ੇਸ਼ਣ ਬ੍ਰਹਮ ਦੇ ਨੇ ਉਹੀ ਆਤਮਾ ਦੇ। ਤੇਰਾ ਤਾਂ ਉਹ ਰੂਪ ਹੈ। ਇਸ ਕਰਕੇ ਇਹ ਤਾਂ ਹੈ ਮਨ। ਫਿਰ ਮਨ ਦੀਆਂ ਹੈਗੀਆਂ 5 ਬਿਰਤੀਆਂ: ਪ੍ਰਮਾਣ, ਵਿਪਰਜੈ, ਨਿੰਦਰਾ, ਸਿਮਰਤੀ, ਵਿਕਲਪ। ਪ੍ਰਮਾਣ ਜਿਹੜੀ ਚੀਜ਼ ਦਿਸਦੀ ਹੈ, ਗੁਰਦੁਆਰੇ ਆਉਣਾ, ਕਥਾ ਸੁਣੀ ਜਾਣੀ, ਜਾਂ ਤਾਂ ਮੂੰਹ ਚੱਕ ਕੇ ਛੱਤਾਂ ਵੱਲ ਨੂੰ ਦੇਖੀ ਜਾਣਾ ਵੀ ਬਾਬਿਆਂ ਨੇ ਛੱਤ ਬੜੀ ਸੋਹਣੀ ਬਣਾਈ ਵੀ ਹੈ। ਕਥਾ ਸੁਣਦਾ ਦੇਖੀ ਜਾਂਦਾ ਤਾਂ ਨੂੰ। ਜਾਂ ਜਿਹੜਾ ਵੀ ਮੱਥਾ ਟੇਕਣ ਆਉਂਦਾ ਉਹਦੇ ਕਿ ਨਹੀਂ ਦੇਖੀ ਜਾਣਾ, ਕੌਣ ਆਇਆ, ਫਲਾਨਾ ਆਇਆ, ਉਹ ਜਾ ਰਿਹਾ, ਉਹ ਜਾ ਰਿਹਾ। ਇਹਨੂੰ ਕਹਿੰਦੇ ਪ੍ਰਮਾਣ ਬਿਰਤੀ। ਜਿਹੜੀ ਚੀਜ਼ ਦਿਸ ਰਹੀ ਆ ਉਹਦੇ 'ਚ ਪਰਚ ਜਾਣਾ। ਐਨ ਮਨ ਦੀਆਂ ਬਿਰਤੀਆਂ ਜਿਹੜੀਆਂ ਕਹਿੰਦੇ ਵੀ ਇਹਨਾਂ ਨੂੰ ਬਸ 'ਚ ਕਰਕੇ ਬੈਠੋ ਭਾਈ। ਪ੍ਰਮਾਣ ਵਿਪਰਜੈ, ਵਿਪਰਜੈ ਉਲਟ ਦਾ ਨਾਮ ਹੈ। ਕਥਾ ਕੁਛ ਹੋਰ ਹੋਈ ਹੈ, ਸਮਝੀ ਕੁਛ ਹੋਰ ਹੀ ਜਾਂਦਾ ਹੈ। ਇਹ ਵਿਪਰਜੈ ਗਿਆਨ ਪ੍ਰਾਪਤ ਕਰੀ ਜਾਂਦਾ, ਉਲਟ ਜਿਹੜੀ ਗੱਲ ਹੈ ਨਹੀਂ ਨਿਸ਼ਚੈ ਉਹਨੂੰ ਕਰੀ ਜਾਂਦਾ। ਆ ਕਈ ਸਾਲ ਹੋ ਗਏ ਪਟਿਆਲੇ ਦੇ ਕੋਲ ਅਸਥਾਨ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਅਖੰਡ ਪਾਠ ਸੀ, ਪਾਠੀਆਂ ਦਾ ਕਈ ਹੁੰਦੇ ਢਿੱਲੜ ਵੀ। ਉਹ ਜਿਹੜਾ ਜ਼ਿੰਮੇਵਾਰ ਸੀ ਬਾਹਲਾ ਤੰਗ ਜਾ ਹੋ ਗਿਆ। ਮੈਨੂੰ ਕਹਿੰਦਾ ਬਾਬਾ ਜੀ ਜੇ ਤੁਸੀਂ ਮਾੜਾ ਜਿਹਾ ਆਗਿਆ ਦਿਓ ਵੀ ਮੈਂ ਜੁਗਤ ਡੰਡਾ ਪ੍ਰਤੀਤ ਕਰਦਾ। ਮੈਂ ਕਿਹਾ ਕੀ ਕਹਿੰਦਾ? ਜਪਜੀ ਸਾਹਿਬ ਦੇ ਅੱਖਰ ਬੋਲਦੇ ਤੂੰ? ਕਹਿੰਦਾ ਹਾਂ ਜੀ।
ਲਿਖਿਆ ਵੀ ਨਹੀਂ ਜੁਗਤ ਡੰਡਾ ਪ੍ਰਤੀਤ। ਮੈਂ ਕਿਹਾ ਤੇਰਾ ਭਲਾ ਹੋ ਜਾਏ, ਉਹ ਗਿਆਨ ਕਿੱਧਰ ਨੂੰ ਜਾ ਰਿਹਾ ਹੈ? ਤੂੰ ਪਾਠੀ ਦੇ ਡੰਡੇ ਮਾਰਨ ਦੀ ਗੱਲ ਕਰ ਰਿਹਾ ਤੇ ਪ੍ਰਮਾਣ ਗੁਰੂ ਨਾਨਕ ਦੇ ਜਪਜੀ ਸਾਹਿਬ ਤੋਂ ਲੈ ਰਿਹਾ ਹੈ। ਇਹਦਾ ਤਾਂ ਜ਼ਮੀਨ ਅਸਮਾਨ ਦਾ ਫਰਕ ਹੈ। ਕਿੱਥੇ ਗੁਰੂ ਨਾਨਕ ਸਿੱਧਾਂ ਦੇ ਨਾਲ ਗੋਸ਼ਟ ਕਰਦੇ ਹੋਏ ਉਹ ਬ੍ਰਹਮ ਗਿਆਨ ਦੇ ਰਹੇ ਨੇ ਤੇ ਵਿਪਰਜਾ ਗਿਆਨ, ਇਹਨੂੰ ਵਿਪਰਜਾ ਬਿਰਤੀ ਕਹਿੰਦੇ ਨੇ, ਹੋਰ ਦਾ ਹੋਰ ਹੀ ਸਮਝ ਲੈਣਾ। ਤੋ ਇਸ ਕਰਕੇ ਪ੍ਰਮਾਣ ਵਿਪਰਜੈ, ਤੀਸਰੀ ਨਿੰਦਰਾ। ਜਿੰਨਾ ਮਰਜ਼ੀ ਰੱਜ ਕੇ ਸੌਂ ਕੇ ਆਇਆ ਹੋਵੇ, ਸੰਗਤ 'ਚ ਆ ਕੇ ਟੁੱਲ ਲੱਗਣ ਲੱਗ ਜਾਣੇ, ਸੁਸਤੀ ਪੈ ਜਾਣੀ, ਇਹ ਫਿਰ ਦੋਸ਼ ਹੈ। ਇਹ ਵੀ ਇੱਕ ਬਿਰਤੀ ਹੈ ਮਨ ਦੀ। ਜੜਤਾ ਨੂੰ ਪ੍ਰਾਪਤ ਹੋ ਗਈ, ਸੁਣਿਆ ਅਨਸੁਣਿਆ ਇੱਕ ਬਰਾਬਰ ਹੋ ਜਾਣਾ ਜਦੋਂ ਸੁਸਤੀ ਪੈ ਗਈ। ਪ੍ਰਮਾਣ ਵਿਪਰਜੈ, ਨਿੰਦਰਾ, ਸਿਮਰਤੀ। ਸਿਮਰਤੀ ਕਹਿੰਦੇ ਨੇ ਇੱਥੇ ਬੈਠੇ ਤੇ ਸਿਮਰਤੀ ਪਿਛਲੇ ਸਮੇਂ ਦੀ ਕਰੀ ਜਾਣੀ ਹੈ। ਫਲਾਣੇ ਥਾਂ ਆ ਹੋ ਗਿਆ, ਮੇਰੇ ਕੋਲ ਇੰਨੇ ਪੈਸੇ ਹੁੰਦੇ ਸੀ, ਹੁਣ ਮੈਂ ਗਰੀਬ ਹੋ ਗਿਆ, ਜਾਂ ਹੁਣ ਮੈਂ ਇਸ ਤਰੀਕੇ ਨਾਲ ਹੋਰ ਪੈਸੇ ਜੋੜੂੰਗਾ। ਸਿਮਰਤੀ ਐਂ ਕਰੀ ਜਾਣੀ ਬੈਠਾ ਕਥਾ 'ਚ। ਇਹ ਵੀ ਮਨ ਦੀ ਬਿਰਤੀ ਹੈ, ਇਹ ਕਥਾ ਨਹੀਂ ਸੁਣਨ ਦਿੰਦੀ ਹੈ। ਵਿਕਲਪ, ਆਪਣੀ ਪਹੁੰਚ ਤੋਂ ਵੱਧ, ਪ੍ਰਲਭ ਤੋਂ ਵੱਧ ਸੋਚੀ ਜਾਣਾ। ਹੁਣ ਸਮਝੋ ਵੀ ਸੋਚਣ ਦੇ ਨਾਲ ਕੀ ਹੋ ਜੇ ਕਿ ਬੰਦਾ ਇੱਥੇ ਬੈਠਾ ਸੋਚੀ ਜਾਵੇ ਵੀ ਦਿੱਲੀ ਦਾ ਤਖਤ ਮੈਨੂੰ ਮਿਲ ਜਾਵੇ, ਮੈਂ ਪ੍ਰਧਾਨ ਮੰਤਰੀ ਬਣ ਜਾਵਾਂ ਹਿੰਦੁਸਤਾਨ ਦਾ, ਜਾਂ ਮੈਂ ਇੰਦਰ ਬਾਦਸ਼ਾਹ ਬਣ ਜਾ ਸਵਰਗ ਦਾ। ਕੀ ਹੋ ਜੂਗਾ ਇਹਦੇ ਨਾਲ? ਬੈਠਾ ਇੱਥੇ ਆ ਗੁਰੂ ਨਾਨਕ ਦੇ ਘਰ ਵਿੱਚ ਜਸ ਸੁਣਨ ਵਾਸਤੇ, ਵਿਕਲਪ ਕਰੀ ਜਾਂਦਾ, ਵਿਸ਼ੇਸ਼ ਕਰਕੇ ਕਲਪਨਾ ਕਰਦਾ। ਇਹ ਭਾਈ ਪੰਜ ਬਿਰਤੀਆਂ ਮਨ ਦੀਆਂ। ਤਾਂ ਕਿਹਾ ਸੀ ਬਾਬਾ ਜੀ ਨੇ ਵੀ ਮਨ ਬਿਰਤੀਆਂ ਇਕਾਗਰ ਕਰਕੇ ਬੈਠਿਓ। ਅਤੇ ਇਸ ਨੂੰ ਮਹਾਰਾਜ ਨੇ ਥੋੜ੍ਹੇ ਜਿਹੇ ਥਾਂ 'ਤੇ ਥੋੜ੍ਹੇ ਜਿਹੇ ਅੱਖਰਾਂ 'ਚ ਵੱਡਾ ਗਿਆਨ ਦੇ ਦਿੱਤਾ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇਹ ਮਤਲਬ ਸੀ ਜਿਹੜਾ ਬਾਬਾ ਜੀ ਨੇ ਤੁਹਾਨੂੰ ਕਿਹਾ ਵੀ ਮਨ ਨੂੰ ਇਕਾਗਰ ਕਰਕੇ ਬੈਠੋ। ਤੇ ਇਸ ਕਰਕੇ ਇਹ ਤਾਂ ਹੋ ਗਈ ਮਨ ਤੇ ਮਨ ਦੀਆਂ ਬਿਰਤੀਆਂ ਦੀ ਗੱਲ। ਜੇ ਆਪਾਂ ਇਹੋ ਜਿਹੀਆਂ ਗੱਲਾਂ ਕਰਦੇ ਰਹੇ ਤਾਂ ਫਿਰ ਗੜਬੜ ਹੋ ਜਾਂਦੀ ਹੈ। ਨਾਨਕਸਰ ਸੰਪਰਦਾਇ ਅਸਥਾਨ, ਉੱਥੇ ਇੱਕ ਬਹੁਤ ਵੱਡੇ ਗਿਆਨਵਾਨ ਜਿਹੜੇ ਚੰਗੇ ਗਿਆਨੀ, ਬਹੁਤ ਵਿਆਖਿਆਕਾਰ, ਗੂੜੀ ਵਿਆਖਿਆ ਕਰੀ ਜਾਣ। ਜਿਵੇਂ ਮੈਂ ਹੁਣ ਇਹ ਗੱਲਾਂ ਬੋਲਦੇ ਨਾ ਵੀ ਮੈਂ ਘੰਟਾ ਇਹੀ ਬੋਲੀ ਜਾਵਾਂ, ਬੋਲੀ ਗਿਆ। ਜਦੋਂ ਹਟ ਗਿਆ, ਇੱਕ ਬੀਬੀ ਸਿਆਣੀ ਜੀ ਤੇ ਉੱਥੇ ਮਹਾਂਪੁਰਸ਼ਾਂ ਦੇ ਵਿਹੰਗਮ ਨੂੰ ਕਹਿੰਦੀ ਬਾਬੇ ਤੂੰ ਹੀ ਕੋਈ ਕਥਾ ਕੁਥਾ ਸੁਣਾ ਦੇ, ਇਹਨੂੰ ਤਾਂ ਕਥਾ ਹੀ ਨਹੀਂ ਆਉਂਦੀ ਜਿਹੜਾ ਲੱਗਿਆ ਹੋਇਆ ਸੀ। ਉਹ ਵਿਚਾਰੇ ਦੀ ਤਾਂ ਛੋਈ ਜੀ ਲਾ ਕੇ ਰੱਖਦੀ ਮਾਈ ਨੇ, ਮੈਨੂੰ ਤਾਂ ਕਥਾ ਹੀ ਨਹੀਂ ਆਉਂਦੀ। ਉਹ ਕਹਿੰਦੇ ਬੀਬੀ ਕਿੰਨੀ ਸੋਹਣੀ ਤਾਂ ਕਥਾ, ਨਹੀਂ ਕੋਈ ਸਾਖੀ ਨਹੀਂ ਸੁਣਾਈ, ਕਾਹਦੀ ਕਥਾ ਇਹ, ਸਾਡੇ ਤਾਂ ਸਮਝ ਹੀ ਨਹੀਂ ਆਈ, ਪਤਾ ਨਹੀਂ ਕੀ ਕਹੀ ਗਿਆ ਇਹ। ਇਸ ਕਰਕੇ ਮੈਂ ਭਰੋਵਾਲ ਵਾਲਿਓ ਤੁਹਾਡਾ ਆਹ ਲਾਂਭਾ ਲੈ ਕੇ ਨਹੀਂ ਜਾਣਾ ਚਾਹੁੰਦਾ ਵੀ ਆਉਂਦਾ ਹੀ ਨਹੀਂ ਹੈ ਕੁਛ ਹੈਗਾ। ਇਸ ਕਰਕੇ ਇਹ ਗੱਲਾਂ ਜਿਹੜੀਆਂ ਨਾ, ਨਾਲੇ MA ਦੇ ਸਵਾਲ ਜਿਹੜੇ MA ਦੇ ਵਿਦਿਆਰਥੀਆਂ ਦੇ ਕੋਲ ਸੋਭਦੇ ਹੈ। ਅਤੇ ਸਾਡਾ ਤਾਂ ਸਕੂਲ ਪ੍ਰਾਇਮਰੀ ਦਾ, ਮਿਡਲ, ਹਾਈ ਸਕੂਲ, ਇਹ MA ਤੱਕ ਸਾਰੀ ਵਿਦਿਆਰਥੀ ਗੁਰੂ ਨਾਨਕ ਦਾ ਸਕੂਲ ਕਾਲਜ ਸਾਰਾ ਹੀ ਇਕੱਠਾ ਹੀ ਹੈ। ਉੱਥੇ ਕਲਾਸਾਂ ਵੱਖਰੀਆਂ ਅਤੇ ਕੋਈ ਕਲਾਸ ਵੱਖਰੀ ਨਹੀਂ ਹੈ। ਪਹਿਲੀ ਵਾਲਿਆਂ ਦਾ ਸਵਾਲ ਆ ਗਿਆ, ਉਹ ਆਪਣਾ ਕੱਢੀ ਜਾਵੇ, ਫਿਰ ਉਸ ਵੇਲੇ MA ਵਾਲੇ ਨਾ ਕਹਿਣ ਵੀ ਇਹ ਸਵਾਲ ਕਿਉਂ ਆ ਗਿਆ। ਕਰਮਕਾਂਡ ਦੀ ਗੱਲ ਆ ਗਈ ਅਤੇ ਭਾਈ ਉਹ ਜਿਹੜੇ ਨਵੇਂ ਸਿੱਖੀ ਧਾਰਨ ਕਰਦੇ ਨੇ ਉਹ ਕਰੀ ਜਾਵੇ। ਇਸ ਤਰ੍ਹਾਂ ਹੈ। ਭਾਈ ਗੁਰਦਾਸ ਸਾਹਿਬ ਜੀ ਨੇ, ਜਿਨ੍ਹਾਂ ਨੂੰ ਮਾਣ ਪ੍ਰਾਪਤ ਹੈ ਵੀ ਗੁਰਬਾਣੀ ਕੀ ਕੁੰਜੀ ਬਾਣੀ ਜੋ ਭਾਈ ਗੁਰਦਾਸ ਵਿਖਾਣੀ, ਉਹ ਲਿਖਦੇ ਨੇ ਗੁਰਮੁਖ ਹੱਥ ਸਕਤ ਹਨ। ਸਕਤ ਦਾ ਨਾਮ ਸਫਲਿਆਂ ਦਾ ਹੈ। ਗੁਰਸਿੱਖਾਂ ਦੇ ਹੱਥ ਕਿਵੇਂ ਸਫਲੇ ਹੁੰਦੇ ਨੇ?
ਸਾਧ ਸੰਗਤ ਗੁਰ ਕਾਰ ਕਮਾਵੈ। ਸਾਧ ਸੰਗਤ ਕਰਦਿਆਂ ਗੁਰੂ ਘਰ ਦੀ ਸੇਵਾ ਕਰਨੀ। ਸੇਵਾ ਤੇ ਸਿਮਰਨ ਤੋਂ ਬਿਨਾਂ ਸਿੱਖ ਦੀ ਜ਼ਿੰਦਗੀ, ਜਿਹਦੇ ਕੋਲ ਨਾ ਸਿਮਰਨ ਨਾਲ ਸੇਵਾ ਹੈ ਤਾਂ ਫਿਰ ਨਾਮ ਦਾ ਹੀ ਸਿੱਖ ਹੈ, ਸਿੱਖ ਤਾਂ ਹੈ ਨਹੀਂ ਉਹ। ਇਹ ਦੋ ਨਿਯਮਨ। ਬਾਕੀ ਜਿੰਨੇ ਹੁਨਰ ਮਰਜ਼ੀ ਸਿੱਖ ਲਵੇ, ਜਿੰਨਾ ਮਰਜ਼ੀ ਗਿਆਨ ਸਿੱਖ ਲਵੇ, ਜਿੰਨਾ ਮਰਜ਼ੀ ਕੀਰਤਨ ਸਿੱਖ ਲਵੇ, ਪਰ ਇਹ ਦੋ ਚੀਜ਼ਾਂ ਮੁੱਢ ਹੈ ਸਾਡਾ, ਇੱਕ ਸਿਮਰਨ, ਇੱਕ ਸੇਵਾ। ਬਸ ਸੇਵਾ ਦੇ ਨਾਲ ਮਨ ਨੇ ਜਿਹੜਾ ਜਨਮਾਂ ਜਨਮਾਤਰਾਂ ਦੀ ਮੈਲ ਨੂੰ ਪਕੜੀ ਬੈਠਾ ਹੈ। ਸੇਵਾ ਵੀ ਦੋ ਪ੍ਰਕਾਰ ਦੀ ਹੈ, ਸਕਾਮ ਸੇਵਾ, ਨਿਸ਼ਕਾਮ ਸੇਵਾ। ਸਕਾਮ ਕਾਮਨਾ ਰੱਖ ਕੇ ਕਰੀ ਜਾਏ, ਨਿਸ਼ਕਾਮ ਕਾਮਨਾ ਤੋਂ ਉੱਪਰ ਉੱਠ ਕੇ ਕਰੀ ਜਾਏ ਸੇਵਾ। ਜਿਹੜਾ ਕਾਮਨਾ ਤੋਂ ਉੱਪਰ ਉੱਠ ਕੇ ਸੇਵਾ ਕਰਦਾ ਹੈ ਉਹਦਾ ਅੰਤਸ਼ਕਰਨ ਸ਼ੁੱਧ ਹੁੰਦਾ ਚਲਿਆ ਜਾਂਦਾ ਹੈ। ਸ਼ੁੱਧ ਅੰਤਸ਼ਕਰਨ ਦੇ ਜੀ ਨਾਮ ਟਿਕਦਾ। ਜਦੋਂ ਨਾਮ ਟਿਕਿਆ, ਨਾਮ ਦੇ ਪ੍ਰਤਾਪ ਕਰਕੇ ਅੰਦਰੋਂ ਹੀ ਗਿਆਨ ਪੈਦਾ ਹੁੰਦਾ, ਅਨੁਭਵ ਪ੍ਰਕਾਸ਼। ਇਹ ਤਾਂ ਹੈ ਤਰਤੀਬ ਇਸ ਤਰ੍ਹਾਂ ਦੀ। ਕਈਆਂ ਦਾ ਸਾਰੀ ਉਮਰ ਗਿਆਨ ਨਾਲ ਹੀ ਕੰਮ ਚੱਲੀ ਜਾਂਦਾ, ਉਹਨਾਂ ਨੂੰ ਲੋੜ ਹੀ ਨਹੀਂ ਪੈਂਦੀ ਨਾ ਸੇਵਾ ਕਰਨ ਦੀ ਨਾ ਸਿਮਰਨ ਕਰਨ ਦੀ, ਪੱਲੇ ਕੱਖ ਵੀ ਨਹੀਂ ਪੈਂਦਾ। ਫਿਰ ਪਤਾ ਕੀ ਹੁੰਦਾ, ਡਰਦੇ ਰਹੀਏ ਪਰਮੇਸ਼ਰ ਵਾਹਿਗੁਰੂ ਤੋਂ। ਗਿਆਨੀ ਚੰਨਣ ਸਿੰਘ ਜੀ ਹੋਏ ਨੇ ਪੰਥ ਦੇ ਵਿੱਚ, ਉਹਨਾਂ ਨੂੰ ਬਹੁਤ ਵੱਡਾ ਖਿਤਾਬ ਸੀ, ਪੰਥ ਰਤਨ। ਇਹ ਉਹਨਾਂ ਨੂੰ ਖਿਤਾਬ ਮਿਲਿਆ ਪੰਥ ਵੱਲੋਂ। ਗਿਆਨੀ ਜੀ ਆਪਣੇ ਮੁੱਢ ਨੂੰ ਭੁੱਲ ਗਏ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਸ਼ ਬੈਠੇ ਸਨ। ਮੁੱਖ ਵਾਕ ਦੀ ਕਥਾ ਜਿਸਨੇ ਕਰਨੀ ਸੀ ਉਹ ਪ੍ਰੇਮੀ ਨਾ ਆਇਆ ਕਥਾ ਕਰਨ ਵਾਲਾ। ਭੋਗ ਪੈ ਗਿਆ, ਹੁਕਮਨਾਮੇ ਦੀ ਕਥਾ ਹੋਣੀ ਸੀ। ਗਿਆਨੀ ਚੰਨਣ ਸੀ ਹੋ ਰਹੀ ਹੈ, ਜੇ ਛੋਟੀ ਜਿਹੀ ਉਮਰ ਸੀ। ਮਹਾਂਪੁਰਖਾਂ ਦੀ ਦ੍ਰਿਸ਼ਟੀ ਹੋ ਗਈ ਬੱਚੇ ਦੇ ਉੱਤੇ। ਨਾ ਕਦੇ ਕਥਾ ਕੀਤੀ, ਨਾ ਕਥਾ ਕਰਨ ਵਾਲਿਆਂ ਕੋਲ ਬੈਠਿਆ। ਮਹਾਂਪੁਰਸ਼ ਕਹਿੰਦੇ ਕਾਕਾ ਤੂੰ ਹੀ ਕਰਦੇ ਕਥਾ। ਮਹਾਂਪੁਰਸ਼ ਜਦੋਂ ਕਿਰਪਾ ਕਰਦੇ ਆ, ਸਾਂਭਣੀ ਵੀ ਕਿਸੇ ਕਿਸੇ ਨੂੰ ਆਉਂਦੀ ਹੈ। ਨਿਰਮਲ ਬੂੰਦ ਆਕਾਸ਼ ਕੀ, ਮਿਲ ਗਈ ਭੂਮ ਬੇਕਾਰ। ਸਵਾਨ ਦੀ ਬੂੰਦ ਜੇ ਸਾਂਭਣ ਵਾਲਾ ਨਹੀਂ ਮਿਲਿਆ ਤਾਂ ਧਰਤੀ 'ਚ ਮਿਲ ਕੇ ਬੇਕਾਰ ਹੋ ਜੂਗੀ। ਜੇ ਸਿੱਪ ਦੇ ਮੂੰਹ ਦੇ ਵਿੱਚ ਚਲੀ ਗਈ ਮੋਤੀ ਬਣ ਜੂ। ਸਾਂਭ ਲਈ ਉਸਨੇ, ਮੋਤੀ ਬਣ ਗਿਆ। ਕੇਲੇ 'ਤੇ ਪੈ ਗਈ, ਕੇਲੇ ਨੇ ਸਾਂਭ ਲਈ, ਕਪੂਰ ਪੈਦਾ ਹੋ ਗਿਆ। ਗਊ ਦੇ ਉੱਤੇ ਪੈ ਗਈ, ਗਊ ਲੋਚਨ ਪੈਦਾ ਹੋ ਗਿਆ। ਬਾਂਸ 'ਤੇ ਪੈ ਗਈ, ਬੰਸ ਲੋਚਨ ਪੈਦਾ ਹੋ ਗਿਆ। ਜੇ ਸੱਪ 'ਤੇ ਪੈ ਗਈ, ਉਹਦੀ ਜ਼ਹਿਰ ਵਿੱਚ ਹੋਰ ਵਾਧਾ ਹੋ ਗਿਆ। ਜੇ ਕੁੱਤੇ 'ਤੇ ਪੈ ਗਈ ਤਾਂ ਹਲਕ ਗਿਆ, ਗਿੱਦੜ 'ਤੇ ਪੈ ਗਈ ਹਲਕ ਗਿਆ। ਜੋ ਜੈਸੀ ਸੰਗਤ ਮਿਲੀ ਤੋ ਤੈਸੋ ਫਲ ਲੀਨ। ਕਦਲੀ ਸੀਪ ਭਿਅੰਗ ਮੁਖ, ਏਕ ਬੂੰਦ ਗੁਣ ਤੀਨ। ਬੂੰਦ ਇੱਕ ਹੈ, ਗੁਣ ਤਿੰਨ ਹੋ ਗਏ ਸਵਾਨਤੀ ਦੇ। ਇਸ ਤਰ੍ਹਾਂ ਹੈ। ਕਹਿੰਦੇ ਕਾਕਾ ਤੂੰ ਹੀ ਕਰ ਦੇ, ਇਹਦੇ ਭਾਗ ਜਾ ਗਿਆ। ਇਹ ਹੱਥ ਬੰਨ੍ਹ ਕੇ ਕਹਿੰਦਾ ਮਹਾਰਾਜ ਜੀ ਮੈਂ ਤਾਂ ਕਥਾ ਸਿੱਖੀ ਨਹੀਂ ਹੈ। ਸੰਤ ਕਹਿੰਦੇ ਸਿੱਖੇ ਬਿਨਾਂ ਵੀ ਤਾਂ ਆ ਜਾਂਦੀ ਹੁੰਦੀ ਹੈ। ਜੇ ਤੂੰ ਨਹੀਂ ਵੀ ਸਿੱਖੀ ਤਾਂ ਗੁਰੂ ਨਾਨਕ ਕਿਰਪਾ ਕਰੂਗਾ। ਤੂੰ ਬਚਨ ਮੰਨ ਕੇ ਕਥਾ ਕਰਨ ਲੱਗ ਜਾ ਭਾਈ, ਗੁਰੂ ਨਾਨਕ ਕਿਰਪਾ ਕਰ ਦੂਗਾ। ਮੈਂ ਅਰਦਾਸ ਕਰ ਦਿੰਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ। ਕਹਿੰਦਾ ਜੀ 7 ਵਜੇ ਤਾਬਿਆ ਬਹਿ ਗਿਆ। ਜਦੋਂ ਬੋਲਣ ਲੱਗਿਆ ਫਤਿਹ ਬੁਲਾ ਕੇ, ਲੜੀ ਵਾਰ ਐਸੀ ਕਿਰਪਾ ਮਹਾਂਪੁਰਸ਼ ਨੇ ਕੀਤੀ, ਸਾਧ ਕੇ ਸੰਗ ਨਹੀਂ ਕਿਛ ਕਾਲ। ਦਰਸ਼ਨ ਭੇਟਤ ਨਿਹਾਲ ਹੋ ਗਿਆ।
ਕਥਾ ਕਰਦਾ ਕਰਦਾ ਕਥਾ ਵਾਚਕਾਂ ਤੇ ਚੋਟੀ ਤੇ ਚਲੇਗਾ, ਤਖਤ ਦਾ ਕਥਾਵਾਚਕ ਬਣ ਗਿਆ ਗਿਆਨੀ ਚੰਨਣ ਸਿੰਘ। ਕਿੱਡਾ ਵੱਡਾ ਕਥਾਵਾਚਕ ਸੀ, ਵਾਹਿਗੁਰੂ ਕਿਰਪਾ ਕਰੇ ਭਾਈ। ਕਈ ਵਾਰੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਦੇ ਕੋਲ ਆ ਕੇ ਇਹ ਨਾ ਬਹਿਸ ਕਰਨ ਲੱਗ ਜਾਂਦਾ ਸੀ। ਸੰਤਾਂ ਦਾ ਸੁਭਾਅ ਬਹਿਸ ਕਰਨ ਵਾਲਿਆਂ ਦੇ ਅੱਗੇ ਹੱਥ ਜੋੜ ਦਿੰਦੇ ਸੀ ਵੀ ਭਾਈ ਤੂੰ ਬਹਿਸ ਕਰਕੇ ਜਿੱਤ ਹੀ ਪ੍ਰਾਪਤ ਕਰਨੀ ਚਾਹੁੰਦਾ, ਬਹਿਸ ਕਰਨ ਤੋਂ ਬਿਨਾਂ ਹੀ ਮੈਂ ਤੈਨੂੰ ਕਹਿ ਦਿੰਦਾ ਜਾਂ ਤੂੰ ਜਿੱਤ ਗਿਆ, ਮੇਰਾ ਖਹਿੜਾ ਛੱਡ ਦੇ। ਗੁਰਮੁਖ ਹਾਰ ਚੱਲੇ ਜਗਜੀਤ। ਉਹਨਾਂ ਦਾ ਇੱਕ ਗਿਆਨੀ ਚੰਨਣ ਸਿੰਘ ਦਾ ਵਿਦਿਆਰਥੀ ਹੋਇਆ ਲਾਲ ਸਿੰਘ, ਅੱਖਾਂ ਤੋਂ ਮਨਾਖਾ ਸੀ। ਰਾਗ ਵਿਦਿਆ ਦਾ ਐਡਾ ਵੱਡਾ ਧਨੀ ਹੋਇਆ। ਇਹ ਸ਼ਹੀਦਾਂ ਦੇ ਪਾਵਨ ਸਥਾਨ ਪਰਮ ਪੂਜਨੀਕ ਮਾਤਾ ਗੁਜਰ ਕੌਰ ਜੀ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ, ਜਿਨ੍ਹਾਂ ਨੇ ਪੋਹ ਦੀਆਂ 3 ਰਾਤਾਂ ਠੰਡੇ ਬੁਰਜ ਦੇ ਵਿੱਚ ਗੁਜ਼ਾਰਨ ਕੀਤੀਆਂ, ਸਿਦਕ ਨਹੀਂ ਹਾਰਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਧੰਨ ਤੇਰੇ ਬੱਚੇ ਜਿਨ੍ਹਾਂ ਨੇ ਤੇਰੇ ਖੂਨ ਦੇ ਵਿੱਚ ਐਡਾ ਵੱਡੀ ਇਹੋ ਜਿਹੀ ਤਾਂ ਸੀ ਡੋਲੀ ਜੀ। ਉਸ ਪਾਵਨ ਸਥਾਨ 'ਤੇ ਗਿਆਨੀ ਲਾਲ ਸਿੰਘ ਜੀ ਉੱਥੇ ਹੈਡ ਰਾਗੀ ਲੱਗੇ ਹੋਏ ਸੀ। ਮੇਰੇ ਨਾਲ ਪ੍ਰੇਮ ਸੀ, ਮੈਂ ਉੱਥੇ ਕਥਾ ਦੀ ਹਾਜ਼ਰੀ ਭਰਨ ਜਾਂਦਾ। ਮੈਂ ਕਿਹਾ ਗਿਆਨੀ ਜੀ ਤੁਹਾਡੇ ਉਸਤਾਦ ਹੋਏ ਨੇ ਗਿਆਨੀ ਚੰਨਣ ਸਿੰਘ ਜੀ, ਉਹਨਾਂ ਦਾ ਕੋਈ ਬਚਨ ਸੁਣਾਓ। ਉਹਨਾਂ ਨੇ ਭਾਈ ਆਹ ਬਚਨ ਸੁਣਾਇਆ, ਮੈਂ ਤੁਹਾਨੂੰ ਸੁਣਾਉਣ ਲੱਗਿਆ। ਤੇ ਗਿਆਨੀ ਚੰਨਣ ਸਿੰਘ ਜੀ ਨੂੰ ਕਿਤੇ ਨਾ ਕਿਤੇ ਕਥਾ ਦਾ ਹੰਕਾਰ ਹੋ ਗਿਆ ਵੀ ਮੇਰੇ ਵਰਗੀ ਕਥਾ ਨਹੀਂ ਹੈ ਕਿਸੇ ਦੀ। ਦੇਖੋ ਬਿਮਾਰੀ ਤਾਂ ਬਿਮਾਰੀ ਹੈ, ਕਿੱਥੋਂ ਲੱਗ ਗਈ, ਕਿਵੇਂ ਲੱਗ ਗਈ, ਬਸ ਲੱਗ ਗਈ। ਕਥਾ ਨੇ ਹਉਮੈ ਕੱਢਣੀ ਸੀ, ਪਰ ਕਥਾ ਦੁਆਰਾ ਹੀ ਹਉਮੈ ਲੱਗ ਗਈ। ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿੱਥੇ ਲੋਕਾਂ ਦੀਆਂ ਬਿਮਾਰੀਆਂ ਹਟਦੀਆਂ ਨੇ ਹਸਪਤਾਲ, ਉੱਥੇ ਹਸਪਤਾਲ 'ਚ ਬਿਮਾਰ ਹੋ ਕੇ ਆਉਂਦੇ ਦੇਖੇ। ਅਖੇ ਕੀ ਹੋ ਗਿਆ ਜੀ, ਇਨਫੈਕਸ਼ਨ ਹੋ ਗਈ, ਅਸੀਂ ਕੋਈ ਮਰੀਜ਼ ਆ ਗਿਆ ਉੱਥੇ, ਇਸ ਕਰਕੇ ਮੈਂ ਵੀ ਬਿਮਾਰ ਹੋ ਗਿਆ, ਨਾਲ ਹਸਪਤਾਲ 'ਚ ਬਿਮਾਰ ਹੋ ਗਿਆ। ਗੁਰੂ ਨਾਨਕ ਦੀ ਸੰਗਤ ਵੀ ਇੱਕ ਹਸਪਤਾਲ ਹੈ। ਇੱਥੇ ਕਾਮੀ ਕ੍ਰੋਧੀ ਉਹਨਾਂ ਰੋਗੀਆਂ ਦਾ ਇਲਾਜ ਹੁੰਦਾ। ਕਈ ਇੱਥੇ ਆ ਕੇ ਕਾਮੀ ਕ੍ਰੋਧੀ ਹੋ ਜਾਂਦੇ ਨੇ, ਬਿਮਾਰੀ ਤਾਂ ਇੱਥੇ ਵੀ ਲੱਗ ਜਾਂਦੀ ਹੈ। ਅਸੀਂ ਕਿਹੜਾ ਘੱਟ ਹੈ ਭਾਈ। ਹਉਮੈ ਦੀ ਬਿਮਾਰੀ ਹੈ, ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮਾਨ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸੋਧ। ਤੇ ਹੁਣ ਹਉਮੈ ਕਰੀ ਤਾਂ ਤੂੰ ਨਾਹੀ, ਤੂੰ ਹੋਮੈ ਹੋ ਨਾਹੇ। ਬੂਝੋ ਗਿਆਨੀ ਬੂਝਣਾ, ਇਹ ਅਕਥ ਕਥਾ ਮਨ ਮਾਹੇ। ਤੇ ਹਉਮੈ ਦੇ ਕਾਰਨ ਇਸ ਨੇ ਇੱਕ ਵਾਰੀ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਤੋਂ ਬਰੋਸਾਏ ਹੋਏ ਮਹਾਂਪੁਰਖ ਜਿਨ੍ਹਾਂ 'ਤੇ ਕਿਰਪਾ ਕੀਤੀ ਸੀ। ਕਿਰਪਾ ਤਾਂ ਚੰਨਣ ਸਿੰਘ 'ਤੇ ਵੀ ਮਹਾਂਪੁਰਖਾਂ ਨੇ ਕੀਤੀ ਸੀ। ਜਿਹੜੀ ਲਾਲ ਸਿੰਘ ਨੇ ਸੁਣਾਈ ਸੀ ਉਹ ਮੈਂ ਬਾਅਦ ਦੇ ਵਿੱਚ ਆਪ ਜੀ ਨੂੰ ਸੁਣਾਉਣਾ। ਅਤੇ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਜਦੋਂ ਸੱਚਖੰਡ ਵਾਸੀ ਹੋ ਗਏ, ਸਰੀਰ ਦਾ ਪਰਿਤਿਆਗਨ ਕਰ ਦਿੱਤਾ, ਉਹਨਾਂ ਦੀ ਬਰਸੀ 'ਤੇ ਸਮਾਗਮ ਹੈਗਾ ਸੀ। ਗਿਆਨੀ ਚੰਨਣ ਸਿੰਘ ਨੂੰ ਦਮਦਮਾ ਸਾਹਿਬ ਤੋਂ ਬੁਲਾ ਲਿਆ। ਗਿਆਨੀ ਜੀ ਕਥਾ ਕਰ ਦਿਓ। ਗਿਆਨੀ ਜੀ ਆ ਗਏ, ਕਥਾ ਵੀ ਹੋ ਗਈ। ਜਿਹੜੇ ਮਹਾਂਪੁਰਖਾਂ ਤੋਂ ਬਾਅਦ ਮਸਤੂਆਨ ਸੰਪਰਦਾ ਦੇ ਮੁਖੀ ਬਣੇ, ਤੇ ਉਹ ਮਹਾਂਪੁਰਸ਼ ਕਾਂਝਲੇ ਦੇ ਸੀ ਬਾਬਾ ਵਿਸ਼ਨੂੰ ਸਿੰਘ ਜੀ। ਉਹ ਮਹਾਂਪੁਰਸ਼ ਕਿਤੇ ਸੰਗਤ ਦੀ ਆਵਾਜਾਈ ਗਈ, ਉਹ ਕਥਾ ਸੁਣਨ ਨਹੀਂ ਜਾ ਸਕੇ। ਜਦੋਂ ਗਿਆਨੀ ਚੰਨਣ ਸਿੰਘ ਜੀ ਕਥਾ ਕਰਕੇ ਹਟੇ, ਪ੍ਰਬੰਧਕਾਂ ਨੇ ਕਿਹਾ ਗਿਆਨੀ ਜੀ
ਮਹਾਂਪੁਰਸ਼ਾਂ ਦੇ ਕੋਲ ਹੋ ਕੇ ਫਿਰ ਜਾਇਓ ਤੁਸੀਂ। ਸੰਤਾਂ ਨੇ ਬੁਲਾਇਆ ਤੁਹਾਨੂੰ ਵੀ, ਗਿਆਨੀ ਜੀ ਮੈਨੂੰ ਮਿਲ ਕੇ ਜਾਣ। ਦੇਖੋ ਹੰਕਾਰ ਦੀ ਗੱਲ। ਕਹਿੰਦਾ ਮੈਂ ਕੀ ਲੈਣਾ ਉਹਦੇ ਕੋਲ ਜਾ ਕੇ, ਕਥਾ ਸੁਣਨ ਤਾਂ ਆਇਆ ਨਹੀਂ ਅਖੇ। ਨਿਰਾਦਰ ਦਾ ਸ਼ਬਦ ਬੋਲਿਆ। ਉਹ ਕਹਿੰਦੇ ਨਹੀਂ ਜੀ ਫਿਰ ਵੀ ਚਲੋ ਤੁਸੀਂ ਨਾ, ਫਿਰ ਵੀ ਮੁਖੀ ਨੇ ਇੱਥੇ ਦੇ ਵੀ ਕੋਈ ਨਹੀਂ, ਸੰਗਤ ਦੀ ਆਵਾਜਾਈ ਸੀ, ਆ ਨਹੀਂ ਸਕੇ। ਜਦੋਂ ਗਿਆਨੀ ਜੀ ਆਏ, ਸੰਤਾਂ ਨੇ ਪਲੰਘੇ 'ਤੇ ਬੈਠੇ ਸੀ, ਕਹਿੰਦੇ ਭਾਈ ਕੁਰਸੀ ਲਿਆਓ ਗਿਆਨੀ ਜੀ ਵਾਸਤੇ। ਉਹ ਪਤਾ ਸੀ ਵੀ ਹੇਠਾਂ ਬੈਠਣਾ ਪਸੰਦ ਨਹੀਂ ਕਰਨਾ ਇਹਨੇ, ਖੜਾ ਖੜਾ ਹੀ ਮੁੜ ਜੂਏ, ਤਾਂ ਨਿਮਰਤਾ ਹੈ ਨਹੀਂ ਸੀ। ਕੁਰਸੀ ਵੀ ਕਹਿੰਦੇ ਮੇਰੇ ਸਿਰਹਾਣੇ ਵਾਲੇ ਪਾਸੇ ਇੱਧਰ ਲਾ ਦਿਓ। ਉਹ ਤਾਂ ਸਿਰਹਾਣੇ ਚੜ੍ਹ ਕੇ ਬੈਠਣ ਨੂੰ ਤਿਆਰ ਸੀ, ਜੇ ਸੰਤ ਕਹਿ ਦਿੰਦੇ ਵੀ ਇੱਧਰ ਬਹਿ ਜਾ, ਉਹਨੂੰ ਤਾਂ ਕੋਈ ਫਰਕ ਹੀ ਨਹੀਂ ਸੀ, ਹੰਕਾਰ ਸੀ, ਬਹਿ ਗਿਆ। ਮਹਾਂਪੁਰਸ਼ ਕਹਿੰਦੇ ਗਿਆਨੀ ਜੀ ਕਥਾ ਬਹੁਤ ਸੋਹਣੀ ਕੀਤੀ ਤੁਸੀਂ, ਤੇ ਮੇਰੇ ਤੋਂ ਤਾਂ ਜਾ ਨਹੀਂ ਹੋਇਆ ਉੱਥੇ, ਵੀ ਮੈਨੂੰ ਇੱਥੇ ਕਿਰਪਾ ਕਰਕੇ ਸੁਣਾ ਦਿਓ ਕਥਾ ਕੁਛ। ਕਹਿੰਦਾ ਵਾਹ ਜੀ ਵਾਹ, ਇਹ ਕਥਾ ਇੰਨੀ ਸਸਤੀ ਆ ਵੀ ਇਕੱਲੇ ਇਕੱਲੇ ਨੂੰ ਮੈਂ ਜਾ ਕੇ ਉੱਥੇ ਸੁਣਾਵਾਂ। ਇਹ ਕਾਹਦੀ ਕਥਾ ਹੋਈ? ਸੰਤ ਕਹਿੰਦੇ ਜੇ ਕੋਈ ਭਾਈ ਬਿਮਾਰ ਹੋਵੇ ਉਹਨੂੰ ਉੱਥੇ ਮੰਜੇ 'ਤੇ ਰੋਟੀ ਤਾਂ ਦੇ ਦਈਦੀ ਹੈ, ਇਸ ਕਰਕੇ ਵੀ ਉਹਦੀ ਰੋਟੀ ਥੋੜ੍ਹੀ ਬੰਦ ਕਰ ਦਈਦੀ ਹੈ ਵੀ ਇਹ ਲੰਗਰ 'ਚ ਨਹੀਂ ਆ ਸਕਿਆ। ਰਮਜਾਂ ਮਾਰੀ ਜਾਣ ਸੰਤ, ਪਰ ਉਹਦੇ ਨੇੜੇ ਨੂੰ ਨਾ ਲੱਗੇ ਰਮਜ। ਭਾਂਡਾ ਨਹੀਂ ਸੀ, ਮੁੱਦਾ ਹੀ ਸੀ, ਉੱਪਰ ਤੇ ਡੁੱਲੀ ਜਾ ਰਿਹਾ ਬਰਤਨ। ਉਹਦੇ ਭਾਂਡੇ ਕਛੂ ਨਾ ਸਵਾਵੇ, ਸਿੱਧੇ ਅੰਮ੍ਰਿਤ ਭਰੇ ਨਿਹਾਲ। ਕਹਿਣ ਲੱਗਾ ਕਥਾ ਜੇ ਮੈਂ ਸੁਣਾ ਵੀ ਦਿਆਂ ਤੁਹਾਡੇ ਸਮਝ ਨਹੀਂ ਆਉਣੀ। ਸੰਤ ਕਹਿੰਦੇ ਗਿਆਨੀ ਜੀ ਗੱਲ ਤਾਂ ਤੇਰੀ ਠੀਕ ਹੈ, ਮੈਂ ਤਾਂ ਅਨਪੜ੍ਹ ਬੰਦਾ, ਪਰ ਗੁਰੂ ਨਾਨਕ ਦੇ ਇੰਨੇ ਸਿੱਖ ਬੈਠੇ ਨੇ, ਇਹ ਤਾਂ ਸਮਝ ਲੂਗਾ ਨਾ ਕੋਈ ਨਾ ਕੋਈ। ਮਹਾਂਪੁਰਖ ਆਪਣੇ ਆਪ ਨੂੰ ਲੁਕੋਈ ਜਾਣ। ਨਿਰਾਦਰ ਕਰਾ ਕੇ ਵੀ ਮਹਾਂਪੁਰਸ਼ਾਂ ਨੇ ਨਿਮਰਤਾ ਨਹੀਂ ਤਿਆਗੀ ਹੈ। ਚੰਦਨ ਦੇ ਬੂਟੇ ਨੂੰ ਸੱਪ ਆ ਕੇ ਲਿਪਟ ਜਾਣ, ਉਹਨਾਂ ਦੀ ਜ਼ਹਿਰ ਤੋਂ ਪ੍ਰਭਾਵਿਤ ਨਹੀਂ ਹੁੰਦਾ, ਉਹ ਤਾਂ ਆਪਣੀ ਖੁਸ਼ਬੂ ਛੱਡੀ ਜਾਂਦਾ। ਫਿਰ ਵੀ ਮਲਿਆਗਰ ਭਿਅੰਗਮ ਬੇੜਿਓ ਤਾਂ ਸੀਤਲਤਾ ਨਾ ਤਜੰਤ, ਨਹੀਂ ਤਿਆਗਦਾ ਹੈ ਸੀਤਲ। ਮਹਾਂਪੁਰਸ਼ ਚੰਦਨ ਦਾ ਬੂਟਾ ਹੈ। ਕਾਮੀ ਕਰੋਧੀ ਲੋਕੀ ਜੇ ਤੰਗ ਵੀ ਕਰਨ ਤਾਂ ਸਾਧੂ ਉਹ ਆਪਣੀ ਸ਼ਾਂਤੀ ਨਹੀਂ ਖੋਂਦਾ ਹੈ। ਸੰਤ ਕਰੈ ਨੈ ਬੈਰ ਕਹੂੰ ਸਭ ਕੇ ਹਿਤ ਮੈਂ ਵਰਤੈ ਅਥੀ, ਤਾਂ ਤਨ ਕੋ ਜਬ ਦਾਹਤ ਕੋ ਤਦ ਦੇਤ ਸੁਖਾ ਮਿਤਹੀ। ਜੈਸੇ ਕੁਠਾਰ ਕਟੈ ਤਨ ਚੰਦਨ, ਜੈਸੇ ਕੁਠਾਰ ਕਟੈ ਤਰ ਚੰਦਨ, ਗੰਧ ਮੁਖੈ ਤੁਸੀਂ ਦੇਵਤੀ। ਕੁਹਾੜਾ ਵੱਢ ਰਿਹਾ ਚੰਦਨ ਨੂੰ, ਤੇ ਚੰਦਨ ਉਹਦੇ ਮੂੰਹ ਦੇ ਵਿੱਚ ਸੁਗੰਧੀ ਤੁੰਨ ਰਿਹਾ। ਕਹਿੰਦਾ ਤੂੰ ਆਪਣਾ ਕੰਮ ਕਰ, ਮੈਂ ਆਪਣਾ ਕੰਮ ਕਰੂੰ। ਹੇਤ ਸਰਵਾਤਮ ਹੇਰਤ ਹੈ ਬੈ ਤੈ ਪਦ ਕੰਜ ਨਮੋ ਨੀਤੀ। ਉਹਨਾਂ ਨੂੰ ਤਾਂ ਨਮਸਕਾਰ ਹੀ ਹੈ ਪੰਡਤ ਹਰਦਿਆਲ ਜੀ ਕਹਿੰਦੇ ਹਿਸਾਰ ਕਿਤਾਬਲੀ 'ਚ। ਮਹਾਂਪੁਰਸ਼ ਕਹਿੰਦੇ ਤੂੰ ਕਥਾ ਸੁਣਾ ਤਾਂ ਸਹੀ, ਗੁਰੂ ਨਾਨਕ ਦੀ ਸੰਗਤ ਹੈ, ਕੋਈ ਤਾਂ ਸਮਝ ਲੂ। ਚਲੋ ਇਹ ਠੀਕ ਹੈ, ਮੇਰੇ ਤਾਂ ਨਹੀਂ ਸਮਝ ਆਊ ਤੇਰੀ ਕਥਾ। ਜਿਉਂ ਲੱਗਿਆ ਨਾ ਗਿਆਨੀ ਗੂੜੇ ਤੋਂ ਗੂੜੀ ਕਥਾ ਵਿਦਾਂਤ ਦੀ ਕਰਨ, ਜਿਹੜੀ ਕਿਸੇ ਦੇ ਸਮਝ ਹੀ ਨਾ ਆਵੇ। ਆਤੰਕ ਵਿਚਾਰ ਤੇ ਸੰਤ ਨੇਤਰ ਬੰਦ ਕਰਕੇ ਬੈਠੇ ਰਹੇ। ਜਦੋਂ ਗਿਆਨੀ ਕਥਾ ਕਰਕੇ ਹਟਿਆ, ਕਹਿੰਦੇ ਆਹ ਗਿਆਨੀ ਜੀ ਜਿਹਾ ਜਿਹਾ ਸੁਣਿਆ ਸੀ ਹੈ ਤਾਂ ਉਹ ਜਿਹਾ ਹੀ ਤੂੰ। ਕਹਿੰਦੇ ਬਹੁਤ ਵੱਡਾ ਵਿਦਵਾਨ ਹੈ ਬਈ ਤੂੰ ਤਾਂ, ਦੇਖੋ ਇਹ ਜੀ ਗੂੜੀ ਕਥਾ ਵਿਦਵਾਨ ਤੋਂ ਬਿਨਾਂ ਤਾਂ ਨਹੀਂ ਕੋਈ ਕਰ ਸਕਦਾ। ਗਿੱਦੜ ਦੀ ਜਦੋਂ ਮੌਤ ਆਉਂਦੀ ਹੈ ਨਾ, ਗਿੱਦੜ ਦੀ, ਉਹ ਫਿਰ ਪਿੰਡ ਵਾਲੇ ਪਾਸੇ ਨੂੰ ਸਿੱਧਾ ਹੋ ਲੈਂਦਾ ਮੂੰਹ ਚੱਕ ਕੇ। ਅਬਲਾਂ ਤਾਂ ਪਿੰਡ ਦੇ ਕੁੱਤੇ ਹੀ ਸਾਂਭ ਲੈਂਦੇ ਨੇ, ਨਹੀਂ ਜੱਟਾਂ ਦੇ ਅੜਿੱਕੇ ਆ ਜਾਵੇ ਸਲੰਗਾਂ ਨਾਲ ਉਹ ਮਾਰ ਦਿੰਦੇ ਨੇ। ਇਹ ਗਿੱਦੜ ਦੀ ਮੌਤ ਚੱਕ ਕੇ ਲਿਆਉਂਦੀ ਹੈ। ਜਦੋਂ ਕਿ ਸਾਧੂਆਂ ਨਾਲ ਖਾਣ ਲੱਗ ਜਾਵੇ ਨਾ, ਸਮਝ ਲਓ ਵੀ ਉਹਦੇ ਮਾੜੇ ਦਿਨ ਆ ਗਏ। ਸੰਤ ਸਤਾਏ ਤੀਨ ਹਾਨ, ਤਿੰਨ ਪ੍ਰਕਾਰ ਦਾ ਨੁਕਸਾਨ ਹੈ ਸੰਤ ਦੇ ਸਤਾਉਣ ਵਾਲਿਆਂ ਨੂੰ, ਦੁਖੀ ਕਰਨ ਵਾਲਿਆਂ ਨੂੰ। ਸੰਤ ਸਤਾਏ ਤੀਨ ਹਾਨ,
ਧਰਮ ਅਰਥ ਸੁਖ ਬੰਸ, तीनों ही नूं देख लो रावण कैरों कंस। ये तीन नुकसान तीन जिन्हां दे व्यक्तियां दे होए उन्हां दा नाम लिया। रावण दा नाम लिया, कैरों दा लिया ते कंस दा नाम लिया। तो इस करके महापुरुषां ने तां बड़ी शलाघा कीती ते उल्टा कहंदा जी थोड़े समझ आ गई कथा। संत हस पे कहंदे हाँ, कहंदे गुरु नानक की कृपा दे नाल मेरे समझ आ गई कथा जिहड़ी तू करी है। कहंदा लो जी जे थोड़े समझ आ गई इहदे नाल दी हुण तुसीं सुणा दिओ। संत कहंदे अच्छा इहदा मतलब बीमारी तो ज़्यादा फैल गई तैनूं, फिर ਇਹਦਾ ਤਾਂ ਇਲਾਜ ਕਰਨਾ ਹੀ ਪਊਗਾ। ਫਿਰ ਹੁਣ ਇਹ ਗੁਰੂ ਨਾਨਕ ਦਾ ਘਰ ਹੈ ਵੀ ਇੱਥੋਂ ਤਾਂ ਬਈ ਬਿਮਾਰ ਫਿਰ ਵਾਪਸ ਨਹੀਂ ਜਾਣਾ ਚਾਹੀਦਾ, ਤੰਦਰੁਸਤ ਹੋ ਕੇ ਜਾਵੇ। ਮਹਾਂਪੁਰਸ਼ ਫਿਰ ਉਹਨੂੰ ਨਾ ਗਿਆਨੀ ਜੀ ਨਹੀਂ ਕਿਹਾ, ਕਹਿੰਦੇ ਗਿਆਨੀ ਖਜ਼ਾਨੇ ਨੂੰ ਜਿੰਦਾ ਲਾ ਕੇ संत बाबा अतर सिंह ने चाबी ऐ फड़ाती सी भी आ लै, किते लोड़ पई उदों खजाना खोल नहीं, ये तेरी मर्जी है, वरत चाहे ना वरत, पर तेनों सौंपता खजाना। वो कहंदे भलिया पुरशा मैं तो हुण तक जिंदा खोलिया ही नहीं सी, पर मैनूं लगदा भी अज तूं जिंदा खिला ही देना, मेरा खिलाएगा तू जिंदा। वो वारता की सी, ये बड़ी उम्र दे विच आए सी कांजड़े वाले महापुरुष जिहड़े बाद च मुखी बने संतां तो बाद। महाराजा भुपिंदर सिंह ने महापुरुषां नूं बेनती की कि महाराज नाले तां अखंड पाठ करने, नाले दीवान लाने न, पटियाले चरण पाओ। ये संत सेवी राजे सी, रियासतां दे मालक सारे सिख राज जिन्ने भी सी ना। संत बाबा आनंद सिंह जी महापुरखों के भी बहुत, राजमाता भी महाराजा भुपिंदर सिंह भी, ये सारे संतां दे सेवक से। महापुरुष कहते चंगा टाइम दे दिता, कहते भाई जिन्ने भी जथे च पाठी सिंह ने भी सारी तैयार हो जाओ, जेड़े ज्ञानी सिंह ने भी तैयार हो जाओ, जेड़े रागी सिंह ने भी तैयार हो जाओ। ये कांजड़े वाले बाबा बिशन सिंह जी ना पाठियां च आए, ना रागियां च, ना कीर्तियां च, वो बेचारे सेवा करने वाले सी। कहते ओहो जे मैं पाठी हुंदा कम से कम कहते राजे दे भी जांदा प्राहुणा बन के, जिवें ये चले, ऐ इच्छा पैदा हो गई। मन बना लिया भी मैं पाठी बन, तो किसी गुरमुख के कोलों गुरमुखी अखर सीखे, ऊड़ा एड़ा सीखिया, फिर भलामे अखर, फिर जोड़ने सीख ले। हौली हौली पंज ग्रंथी पढ़नी शुरू कर दी, अखर चलन ना। डंगर वाली ड्यूटी सी, जेड़े गुरु घर के पशु सी वो सामभदे सी बाबा जी। वो की होया जदों अखर ना चले ना, फिर रोन लग गया भी ओहो अखर चलते नहीं, उम्र वड्डी हो गई। क्योंकि बचपन दे विच विद्या जिहड़ी प्राप्त होवे वो सौखे तरीके नाल कंठ हो जाती है। पता लग्या नहीं उसनूं, वो पोथी दे उत्ते किते हंझू डिग पे एक दो, बेबस हो के पोथी मूहरे पई सी ना। संत बाबा अतर सिंह जी छोपड़े पैरी पिछों पिछलवाड़ियों आए, वो खड़का नहीं होण दिता भी किते ये बिशन सिंह नूं पता ना लग जाए। संत महाराज दीयां बाहां बड़ियां लम्मियां लम्मियां सी, ਉਹਦੇ ਮੋਢਿਆਂ ਦੇ ਉੱਤੋਂ ਦੀਆਂ ਹੱਥ ਚੱਕ ਕੇ ਪੋਥੀ ਚੁੱਕ ਲਈ ਸੰਤਾਂ ਨੇ ਭੇਜਿਆ। ਉਹ ਜਦ ਪੋਥੀ ਚੁੱਕੀ ਇੱਕ ਲਗ ਸਾਬਤ ਨੇ ਅੱਖਾਂ ਉੱਖਾਂ ਸਾਫ਼ ਕਰੀਆਂ। ਸੰਤ ਕਹਿੰਦੇ ਹੁਣ ਤਾਂ ਅੱਖਾਂ ਸਾਫ਼ ਕਰ ਚਾਹੇ ਨਾ ਕਰ, ਤੇਰੀ ਚੋਰੀ ਫੜੀ ਗਈ। ਕਹਿੰਦੇ ਬਿਸ਼ਨ ਸਿਆਂ ਰੋਂਦਾ ਕਿਉਂ ਸੀ? ਕਹਿੰਦਾ ਜੀ ਕਿਸਮਤ ਨੂੰ ਰੋਂਦਾ ਸੀ ਮੈਂ। ਕਿਉਂ? कहंदा जी माड़ी किस्मत है। कहंदे नहीं, गुरसिखां दी माड़ी किस्मत नहीं, कोई सब तो बड़े भाग गुरसिखां दे। तू कहते कहने अपने आप नूं माड़े किस्से?
गुरु नानक दी संगत च पलिया। कहता नहीं महाराज मैं पढ़ना चाहुंदा, अखर चलते नहीं हैं, बई बाहला औखा हो गया, तो मेरी इच्छा सी मैं कुछ पढ़ना। कहते इच्छा किवें जागी? कहते जी ऐं जागी जदों आप जी ने कहा भी पाठी चलो, रागी चलो, ਗਿਆਨੀ ਸਿੰਘ चलो, मैं किसी कैटागरी च नहीं आया, तो मैं सोचा भी जे मैं पाठी भी हुंदा तां भी राजिਆਂ ਦੇ ਜਾਂਦਾ ਪ੍ਰਾਹੁਣਾ बन के। कहते बस अजे इत्थे खड़े। कहते बेशन सिंह की बनना चाहुंदा है, साफ अखरां च दस। कहता जी मैं ज्ञानी बनना चाहुंदा। कहते बस? संत महाराज कहते बस? अपनी जिसम वाल उंगल करके ना ऐ कहते इधर वेख मेरे वाल। कहते हाँ महाराज। कहते तू ज्ञानी बनना चाहुंदा तो मैं तेनों ब्रह्म ज्ञानी बनाना चाहुंदा। गाजी के आखो सतनाम श्री। तू ज्ञानी बनना चाहुंदा है, मैं तेनों ब्रह्म ज्ञानी बनाना चाहुंदा। बच्चे नूं नहीं पता हुंदा मैं की बनना है, बाप नूं की बनाना चाहुंदा है, उहो जिहा वातावरण बनाउंदा। कहंदा सत महाराज भुल माफ़ करियो, ठीक है, अज तो बाद मैं हुण ये संकल्प छड्डिया। संत महाराज ने सेवा करदे करदे नूं उसनूं ब्रह्म ज्ञान करा दिता। ब्रह्म ज्ञानी जागदा दीवा है, जागदे दीवे दे नाल सैकड़े दीवे जगमगा जाते हैं, तो वही रोशनी भी उवें जिवें रहिंदी है, बाकी दियां दी रोशनी भी उन्नी हो जाती है। तो कहण लगे बिशन सिंह दात गुरु नानक दी प्राप्त हो गई है, पर हजम कर ली, दिखावा ना करी, ऐकने अनपढ़ बन के रही चंगा रहेगा। महाराज सतवच। कहते ज्ञानी चनन सिया ज्ञानी, कहते मैं तो बड़िया ने खजाना तो मैनू सौंपिया सी, पर कहते जिंदा नहीं सी खोलिया, हुण तो कहते अज खोलदा है। तू चाहुंदा मैं तेरे वर्गी कथा जिहड़ी है जिहड़ी तू करी है इस तरह की करदा? कहते हाँ जी। कहते लै सुन लै फिर। ज्यों महापुरख लगे कथा करन, ज्ञानी दी तां सुरत लागी घुमण। ਜਿਹੜੇ श्लोक संस्कृत ਦੇ कदे ज्ञानी ने नहीं सी पढ़े, ਜਿਹੜੀਆਂ वेद ਦੀਆਂ ਰਿਚਾਂ ज्ञानी ने नहीं सी पढ़ियां, ਉਹ संत बोले जिन्हां ਨੂੰ अनपढ़ समझदा ਸੀ। ਤੇ ज्ञानी ਤਾਂ कुर्सी ਛੱਡ के उठ के खड़ा हो गया हथ बन के। ਕਹਿੰਦੇ ਲੈ ਭਾਈ ਹੁਣ ਦੱਸ ਵੀ ਤੇਰੇ ਵਾਲੀ ਕਥਾ ਦੇ ਨਾਲ ਮਿਲਦੀ ਕਥਾ ਹੋ ਗਈ? ਕਹਿੰਦੇ ਨਹੀਂ ਮਹਾਰਾਜ, ਉਹਦੇ ਨਾਲ ਤਾਂ ਕਈ ਹਿੱਸੇ ਗਾਂ ਲੱਗ ਗਈ, ਉਹਦੇ ਵਰਗੀ नहीं। महाराज मेरी तो समझ नहीं, अज मैनू एक गल का ज्ञान हो गया कि साध की महिमा भेद ना जाने। अज पता चल गया भी साधुओं की महिमा जिहड़ी है भी मैं एवें मान कर बैठा। ये कृपा बाबा बिशन सिंह जी ते होई, जिन्होंने सिख जग दे चोटी दे जिहड़े विद्वान तखत ते कथा करन वाले ज्ञानी चन्नन सिंह जी गुरनिया वाले, तो उन्हां महापुरखा ने उस दी जिहड़ी सी भुल कीती उसी होमे दे विच। जे सियाणा हुंदा ज्ञानी तां फिर काफ़ी सी जिन्नी कुछ हो गई सी, पर हंकार नहीं फिर भी छड्डिया नहीं। सिमरन ही करन लग्या। एडी बड़ी घटना देख के मन सिमरन वाले पासे नूं नहीं जुड़िया। ग्रंथ बड़े पढ़िया सी, बड़ा कुछ याद सी, बड़े बड़े आचार्य पंडित विद्वान फेल कर दिंदा सी जिथे बोलदा सी। ये तो हुनर है, क्योंकि महापुरखों की कृपा नाल विद्या मिली सी। ते एक दिन की गल है, ज्ञानी चन्नन सिंह कथा करके अपने कमरे दे विच बैठा सी। आकाश दे विच एक बड़ा धमाका होया, दड़ूं दे के बहुत ऊँची दे के धरती हिल गई। इन्हें कहा भी ये जिहड़े हवाई जहाज़ वाले है, फौजी जिहड़े है, कई बार ये फोके धमाके कर दिंदे हुंदे है,
चलो कोई धमाका कीता होना है, पर जहाज़ की गूंज नहीं आई, कोई धमाका ही सुनिया। ਗਿਆਨੀ सोचता ही सी, इन्हों दुबारे फिर आवाज़ हुई, ये नठ के बाहर निकलिया, आले दुआले देखिया कुछ नहीं है, फिर मुड़ आया तो इन्ने नूं की होया, धमाके दे नाल ही एक प्रकाश दा गोला पहलां तां ऐ होया जिवें बिजली जिहड़ी है ना, जदों धरती ते डिगदी है बिजली, बड़ा चमत्कार तिखा हुंदा है। उन्हें कहा बदल है नहीं, बिजली कित्थों आ गई। बिजली की तार जिहड़ी है ना ऐ घुमे बहुत, जिहदी भंभीरी वांगू। ज्ञानी मूँह ताहां नूं चक के कमरे च ऐ सिर घूमी जाए, जिवें कईयां दे प्रेत आए तो घूमी जाते होंदे ने, ऐ वो देखी जाए तो मगर मगर प्रकाश समझ कोई ना आवे। अखीर दे चो प्रकाश ही जिहड़ा एक गोला बन के एडा सारा टिक के सामने खड़ा हो गया। ये देखी जाता की चीज़ है। उस गोले दे विचों आवाज़ आई, कहंदे ज्ञानी क्या ये गोला बोल रहा? क्या हाँ जी, हथ बन ले। कहते तू मैनू जानना चाहना भी मैं कौन हाँ? ते ना मैं धमाका हाँ, ना मैं बिजली हाँ, ना मैं कोई गोला हाँ। ये महाराज तुसीं हैं कौन? कहते भी मैनू बहुत नामां दे नाल लोकी याद करदे न। मुसलमान मैनू अल्लाह कहंदे न, हिंदू मैनू परमेश्वर कहंदे न, कहंदे सिख संप्रदाय तुसीं मैनू वाहिगुरू कहनो। कहंदे मैं वो हाँ। या महाराज तुसीं जे वाहिगुरू हो फिर तुसीं दर्शन दे दो मैनू। मनुखी जामे विच जिवें गुरु नानक साहब सरगुण स्वरूप सी, वो भी तो तुहाडा स्वरूप सी। कहंदे दर्शन तो दे देंदे, पर तू लैके नहीं है दर्शनां दे, तैनूं कित्थों दे दईए? दर्शन वाली तो तेरी कमाई वो नहीं है भी तेनों दर्शन दे दा मैं। महाराज जे दर्शन ही देने सी फिर आ चमत्कारा क्यों करे? मैं जिहा जा सी उहा जा सी हुण तां मैनूं लालच पैदा हो गया भी तुहाडे दर्शन हो जाण। कहंदे लालच पैदा होण दे नाल किते तां किसी नूं इंद्रपुरी दा लालच पैदा हो जावे, फिर इंद्रपुरी मिल जूगी उहनूं। तू कर्म तां देख अपना। नहीं, मैं तैनूं एक सूचना देण वास्ते ये खेड रची है। मेरियां खेडां किसी दे समझ आउण वालियां नहीं। मैनूं लाज आई कि तू मेरे घर दा कथावाचक है। तू गुरु नानक दे घर विच कथा करदा रहा, इस करके तेरी थोड़ी जी लिहाज आ गई कथा करन करके। तां आया मैं तैनूं सूचना देना है। कहंदे जी की सूचना? कहंदे बस इन्नियों काफ़ी है भी तेरा अंत समा बहुत माड़ा है। अखरे दो कहे न, तेरा अंत समा बहुत माड़ा है। बस फिर पैरां हेठ ते जमीन खिसक गई। यानी दे महाराज मेरे ते तरस करो, मेरे ते मेहर करो। हम अवगुण भरे, ज्ञानी सी फिर भी है तो हम अवगुण भरे एक गुण नाहि, अमृत छाड़ वेखै वेखाई। माया मोह परम पै पूले, सुतदारा स्यों प्रीत लगाई। एक तुम पंथ सुनियो गुर संगत, ते मिलंत जाम तरास मिटाई। एक अरदास पाठ कीर्त की, गुरु रामदास राखो सिरड़ाई। महाराज की अवज्ञा होगी मेरे कोलों? कहन लगे ज्ञानी तू सारी उम्र कदे भजन नहीं कीता, कदे सिमरन नहीं कीता, बाणी नहीं पढ़ी। लोकां नूं मैं कहंदा रहा भी नाम जपो, तैं तां नहीं जपिया कदे। इस करके तेरी प्रारब्ध ऐसी है, तेरा अंत समा तेरे दुश्मन भी भय पीत हो जाणगे। हाजी अही जी मौत आएगी तैनूं। कहंदा महाराज मैं थोड़े घर दा चाकर रहा, तो कुछ तां तरस करो मेरे ते।
मेरे पापां की सज़ा जिहड़ी घटा दिओ महाराज, कुछ मेरे ते मेहरबान हो जाओ। कहते मैं तो सदा ही मेहरबान है, मैं तेनों उपा दस देना, पर मैनू लगता नहीं भी तेरे को होऊगा। लै जे उस वेले कहता जी मैं उपा करन वाला कौन है, मेरे को उपा करा लिओ, फिर तो गल मुक जाती। कहता हाँ जी मैं कर लूँगा, मैनू दसो की है। चलो निबड़ गई गल नाल ही। कहते हजूर साहब चलिया जा, हजूर साहब जा ते एक अखंड पाठ करा दे, वो अखंड पाठ सारा सुन ली तू संपूर्ण, रात दिन करके सुन ली, जा तेरा भला हो जू, ते तेरी मौत जिहड़ी है भयानक दे रूप तो बदल के सौखी हो जाएगी। गुरबाणी दे च तुकां पढ़ियां सी, जेकर साहिब मनो ना बिसरे तां सहला मरना हो, तेरा मरना सहला हो जाऊगा। कहता जी सब कथा का समा होया, ਗਿਆਨੀ कथा करन वास्ते जदों आया, चेहरा उतरिया होया सी, तोर बदली हुई सी। महाराज जी ताबिया बैठ गया ते मंगल कीता। मंगल करके जदों कथा आरंभ करन लगे, कहन लगे गुरु प्यारिओ कथा तो मैं बथेरी सुना ली है तुहानूं, मैं अज कथा करने आया। मैं अज तुहानूं सिर्फ एक बेनती करने वास्ते आया कि प्रबंधको जिन्ना जल्दी होंदा अपने कथावाचक का हीला कर लो, मैं हुण कथा नहीं करनी। दो चार अखर कहे, कथा करनी पैनी सी, तखत की मर्यादा करी, उदों बाद वापस आ गया। प्रबंधक कहन लगे ज्ञानी जी हो की गया, तनख्वाह घट है होर वधा देने। कहते तनख्वाह की तो रौला ही नहीं है, हुण ये बस मैं हुण कथा नहीं करनी। कहते जी तखत की कथावाचकों, पंजां तख्तां च एक तख्त है दमदमा साहब, सानू कोई कथावाचक लभ लैण दिओ, फिर तुसीं जे ऐसा है कोई बात नहीं, तुहाडी मर्जी। कहता मैं तो हजूर साहब जाना। वो कथावाचक पता नहीं जान के ढिल करी उन्होंने, जां फिर लभ्या ही नहीं उन्होंने, यह जिहा पाज दा विद्वान सी बहुत बड़ा। ਗਿਆਨੀ लाल सिंह जी रागी साहब दस रहे सी, ਜਿਹੜੇ ਉਹਨਾਂ ਦੇ शिष्य ਸੀ, ਉਹਨਾਂ ਤੋਂ ਉਹਨਾਂ ਨੇ ਕਥਾ ਵੀ ਸਿੱਖੀ। ਮੈਂ ਪੁੱਛਿਆ ਗਿਆਨੀ ਜੀ ਅੱਖਾਂ ਤੋਂ ਮਨਾਖਾ ਜਿਹੜਾ ਹੈ, ਰਾਗੀ ਤਾਂ ਬਹੁਤ ਸੋਹਣੇ ਸੀ, ਜੇ ਕੋਈ ਕਥਾਵਾਚਕ ਹੈ, ਚਲੋ ਸਾਡੇ ਜਥੇ ਗਿਆਨੀ ਮੇਵਾ ਸਿੰਘ ਜੀ ਹੋਏ ਹੈ, ਅੱਖਾਂ ਤੋਂ ਮਨਾਖੇ ਸੀ, ਸੰਤਾਂ ਨੇ 2 ਸਿੰਘ ਸਪੈਸ਼ਲ ਡਿਊਟੀ ਲਾ ਕੇ ਕਥਾਵਾਚਕ ਬਣਾਏ, ਭਾਈ ਇਹਦੇ ਅੱਖਾਂ ਨਹੀਂ ਹੈ, ਇਹਨੂੰ ਕਥਾ ਬਚਾ ਦੇ ਚੰਗੀ ਤਰ੍ਹਾਂ। ਅੱਖਰ ਸੋਹਣੇ ਹੋ ਗਏ ਸੀ। ਅੱਬਲ ਦਰਜੇ ਦਾ ਗਿਆਨੀ ਮੇਵਾ ਸਿੰਘ ਜੀ ਧਰਮ ਪ੍ਰਚਾਰ ਕਮੇਟੀ ਦਾ ਵੀ ਆਗੂ ਰਿਹਾ, ਤੇ ਇਸ ਤਰ੍ਹਾਂ ਉਹ ਗਿਆਨੀ ਲਾਲ ਸਿੰਘ ਜੀ ਕਥਾ ਵੀ ਕਰਿਆ ਕਰਦਾ ਸੀ। ਮੈਂ ਕਿਹਾ ਗਿਆਨੀ ਜੀ ਤੁਹਾਡੇ ਕੋਲ ਦੋਨੇ ਗੁਣ, ਤੁਸੀਂ ਕਥਾਵਾਚਕ ਵੀ ਵਧੀਆ ਹੋ, ਇਹ ਕਿਸ ਤਰ੍ਹਾਂ? ਉਹ ਫਿਰ ਉਹਨੇ ਦੱਸਿਆ ਵੀ ਮੈਂ ਗਿਆਨੀ ਚੰਨਣ ਸਿੰਘ ਤੋਂ ਕਥਾ ਸਿੱਖਿਆ। ਉਦੋਂ ਫਿਰ ਇਹ ਬਚਨ ਸੁਣਾਇਆ ਸੀ ਜਿਹੜਾ ਮੈਂ ਤੁਹਾਨੂੰ ਸੁਣਾ ਰਿਹਾ। 6 ਮਹੀਨੇ ਕਥਾਵਾਚਕ ਨਾ ਲੱਭਿਆ ਪ੍ਰਬੰਧਕਾਂ ਨੂੰ। 6 ਮਹੀਨੇ 'ਚ ਉਹ ਫਿਰ ਪਾਣਾ ਵਰਤ ਗਿਆ ਜਿਹੜਾ ਰੱਬੀ ਹੁਕਮ ਹੋਇਆ ਸੀ। ਵੀ ਕੀ ਉਹਨੂੰ ਰੋਗ ਚਿੰਬੜਿਆ ਇਹ ਤਾਂ ਮੈਂ ਦੱਸ ਨਹੀਂ ਸਕਦਾ, ਨਾ ਮੈਨੂੰ ਗਿਆਨੀ ਲਾਲ ਸਿੰਘ ਨੇ ਦੱਸਿਆ, ਪਰ ਕਹਿੰਦਾ ਬਾਬਾ ਜੀ ਜਿਹੇ ਜੀ ਮੌਤ ਮੇਰੇ ਉਸਤਾਦ ਦੀ ਹੋਈ ਹੈ, ਰੱਬ ਕਿਸੇ ਦੁਸ਼ਮਣ ਨੂੰ ਨਾ ਦੇਵੇ। ਕਹਿੰਦਾ ਬੇਲਣੇ ਵਾਂਗੂ ਰੁੜਦਾ ਹੁੰਦਾ ਸੀ, ਇੱਧਰਲੀ ਕੰਧ ਤੋਂ ਰੁੜਦਾ ਰੁੜਦਾ ਇੱਧਰੋਂ ਤੁਰ ਕੇ ਇੱਧਰ ਨੂੰ, ਜਿਹੜਾ ਬਾਵੇ ਭਾਈ ਮੇਰਾ ਭਲਾ ਹੋ ਜਾਊਗਾ, ਐਂ ਹੱਥ ਬੰਨ੍ਹਦਾ ਸੀ। 4 ਡਾਕਟਰ ਖੜੇ ਰਹਿੰਦੇ ਸੀ, ਬਿਮਾਰੀ ਦਾ ਪਤਾ ਨਹੀਂ ਲੱਗਿਆ, ਰਿੰਝ ਕੇ ਮਰਿਆ। ਇਸ ਕਰਕੇ ਭਾਈ ਡਰੀਏ, ਸੇਵਾ ਔਰ ਸਿਮਰਨ ਤੋਂ ਬਿਨਾਂ ਜੇ ਖਾਲੀ ਰਹਿ ਗਏ ਖਬਰ ਹੈ ਕੀ ਬਣਨਾ ਹੈ। ਜੇਕਰ ਸਾਹਿਬ ਮਨੋਂ ਨਾ ਵਿਸਰੈ ਤਾਂ ਸਹਿਲਾ ਮਰ। ਕਿੱਥੇ ਸਿਮਰਨ ਦੀਆਂ ਸ਼ਕਤੀਆਂ ਇਹੋ ਜਿਹੀਆਂ ਹਨ। ਇੱਕ ਸਨਾਤਨ ਧਰਮ ਦੇ ਸੰਤ ਹੋਏ, ਉਹ ਮਹਾਂਪੁਰਸ਼ ਜਦੋਂ ਕਥਾ ਕਰਿਆ ਕਰਨ,
ਜਿਹੜਾ ਲਾਂਗਰੀ ਸੀ ਨਾ, ਅੱਜ ਜਿਵੇਂ ਬਾਬਾ ਜੀ ਨੇ ਕਿਹਾ ਸੀ ਮੋਬਾਈਲ ਬੰਦ ਕਰ ਦਿਓ, ਫਿਰ ਕਿਹੜਾ ਤੁਸੀਂ ਸਾਰਿਆਂ ਨੇ ਕਰ ਲਏ, ਇੱਕ ਅੱਧਾ ਤਾਂ ਫਿਰ ਵੀ ਵੱਜੇ ਗਿਆ ਨਾ। ਇਹ ਫਿਰ ਮੰਨਣ ਦੇ ਵਿੱਚ ਤੁਸੀਂ ਇੱਕ ਇੰਨੀ ਕੁ ਗੱਲ ਮੰਨਣ ਦੇ ਵਿੱਚ ਨਹੀਂ ਲਿਆ ਸਕਦੇ, ਬ੍ਰਹਮ ਗਿਆਨ ਕਿੱਥੋਂ ਮੰਨਿਆ ਜਾਊਗਾ ਭਾਈ। ਉਹ ਭਾਂਡੇ ਇੱਧਰ ਦੇ ਇੱਧਰ ਇੱਧਰ ਖੜਾਕ ਖੜਾਕ ਵੱਜਿਆ ਕਰ। ਹੁਣ ਕਥਾ ਵਾਲੇ ਨੂੰ ਹੁੰਦਾ ਵੀ ਮਨ ਇਕਾਗਰ, ਖੜਕਾ ਹੋਣ ਨਹੀਂ ਦਿੰਦਾ। ਉਹਦਾ ਨਾਂ ਸੀ ਰਾਮਦਾਸ। ਕਹਿੰਦੇ ਉਹ ਇੱਧਰ ਆ ਰਾਮਦਾਸਾ। ਉਹ ਕਹਿੰਦੇ ਤੂੰ ਕਥਾ ਨਹੀਂ ਕਰਨ ਦਿੰਦਾ ਸਾਨੂੰ, ਭਾਂਡੇ ਭੰਨੀ ਜਾਂਦਾ, ਕਥਾ ਦੇ ਵਿੱਚ ਨਾ ਭਾਂਡੇ ਭੰਨਿਆ ਕਰ। ਕਹਿੰਦਾ ਗੁਰੂ ਜੀ ਜੇ ਮੈਂ ਭਾਂਡੇ ਨਾ ਇੱਧਰ ਉੱਧਰ ਕਰਾਂ, ਭੁੱਖੇ ਮਰ ਜਾਓਗੇ, ਨਾਲੇ ਤੁਸੀਂ ਨਾਲੇ ਤੁਹਾਡੇ ਚੇਲੇ ਬਾਕੀ ਦੇ। ਮੈਨੂੰ ਇੰਨਾ ਕੰਮ ਕਰਨਾ ਆਉਂਦਾ, ਤੁਸੀਂ ਸਾਰੇ ਜਿਹੜੇ ਨਾ ਮੇਰੇ ਗੁਰ ਭਾਈ ਜਿਹੜੇ, ਇਹ ਵੀ ਨਹੀਂ ਡੱਕਾ ਤੋੜਦੇ ਵੀ ਮੈਂ ਤਾਂ ਹਰ ਵਕਤ ਕੰਮ ਕਰਦਾ ਰਿਹਾ। ਕਹਿੰਦੇ ਬਈ ਕਥਾ ਦੇ ਸਮੇਂ ਨਾ ਕਰਿਆ ਕਰ। ਨਹੀਂ ਹਟਿਆ। ਇੱਕ ਵਾਰ ਕਿਹਾ, 2 ਵਾਰ ਕਿਹਾ, 3 ਵਾਰ ਕਿਹਾ, ਤੀਸਰੀ ਵਾਰ ਸੰਤ ਕਹਿੰਦੇ ਅੱਛਾ ਵੀ ਤੂੰ ਆਪਣਾ ਸੁਭਾਅ ਨਹੀਂ ਛੱਡਿਆ, ਕਹਿੰਦੇ ਤੂੰ ਭਾਂਡੇ ਭੰਨੀ ਜਾ, ਕਹਿੰਦੇ ਤੂੰ ਤਾਂ ਬਾਂਦਰ ਵਰਗੀ ਮੱਤ ਹੈ ਤੇਰੀ, ਤੂੰ ਤਾਂ ਬਾਂਦਰ ਦੀ ਜੂਨ 'ਚ ਚਾਹੀਦਾ ਸੀ। ਇਹ ਕਹਿ ਕੇ ਕਥਾ ਹੀ ਬੰਦ ਕਰਤੀ ਸੰਤਾਂ ਨੇ। ਉਹ ਕਈਆਂ ਨੇ ਕਿਹਾ ਕਹਿੰਦੇ ਤੂੰ ਬਹੁਤ ਮਾੜੀ ਗੱਲ ਕੀਤੀ, ਤੂੰ ਸੰਤਾਂ ਬਜਨੇ। ਕਹਿੰਦਾ ਚੱਲ ਫਿਰ ਕੀ ਹੋ ਗਿਆ, ਕਥਾ ਬੰਦ ਹੋ ਗਈ। ਕਹਿੰਦਾ ਚੰਗਾ ਸਮਾਂ ਵੀ ਉਹਨੇ ਟਾਈਮ ਦੇ ਵਿੱਚ ਮੇਰੇ ਨਾਲ ਕੋਈ ਹੋਰ ਕੰਮ ਕਰਾ ਦਿਆ ਕਰੂਗਾ। ਕਹਿੰਦਾ ਕਥਾ ਕੰਮ ਥੋੜ੍ਹੀ ਕਰਨ ਦਿੰਦੀ ਸੀ। ਅਤੇ ਕੁਝ ਸਮੇਂ ਤੋਂ ਬਾਅਦ ਉਹ ਪ੍ਰੇਮੀ ਚੜ੍ਹਾਈ ਕਰ ਗਿਆ ਲਾਂਗਰੀ, ਅਤੇ ਸਾਰੇ ਲੋਕ ਇਕੱਠੇ ਹੋਏ। ਮਹਾਰਾਜ ਕਥਾ ਬੰਦ ਹੋਈ ਨੂੰ ਇੰਨੀ ਦੇਰ ਹੋ ਗਈ, ਹੁਣ ਤਾਂ ਭਾਂਡੇ ਭੰਨਣ ਵਾਲਾ ਵੀ ਚਲਿਆ ਗਿਆ, ਹੁਣ ਤਾਂ ਕਥਾ ਆਰੰਭ ਕਰ ਲਓ। ਕਹਿੰਦੇ ਹਾਂ ਬਾਈ ਚਲੋ ਹੁਣ ਆਪਾਂ ਕਥਾ ਆਰੰਭ ਕਰ ਲਏ। ਸੰਤਾਂ ਨੇ ਕਥਾ ਆਰੰਭ ਕਰ ਲਈ। ਅਚਨਚੇਤ ਇੱਕ ਦਿਨ ਕੀ ਹੋਇਆ, ਕਥਾ ਕਰਦਿਆਂ ਕਰਦਿਆਂ ਨੂੰ ਇੱਕ ਬਾਂਦਰ ਆ ਗਿਆ। ਹੁਣ ਬਾਂਦਰ ਤੁਹਾਨੂੰ ਪਤਾ ਹੀ ਹੈ ਵੀ ਬੈਠਦਾ ਕਿਵੇਂ, ਬੰਦੇ ਵਾਂਗੂ ਝਾਕਦਾ, ਬੰਦੇ ਵਾਂਗੂ ਹੱਥ 'ਚ ਚੀਜ਼ ਫੜਦਾ, ਬੰਦੇ ਵਾਂਗੂ ਕਈ ਵਾਰੀ ਮੂੰਹ ਬਣਾ ਲੈਂਦਾ। ਇਹ ਤਾਂ ਬੱਚੇ ਵੀ ਜਾਣਦੇ ਨੇ। ਉਹ ਤਾਂ ਆ ਕੇ ਸੰਗਤ ਦੇ ਵਿੱਚ ਜਦੋਂ ਕੜਾਹ ਪ੍ਰਸ਼ਾਦ ਵਰਤਣ ਲੱਗਿਆ, ਜਿੱਥੇ ਹੋਰ ਲੋਕਾਂ ਨੇ ਹੱਥ ਕੀਤੇ, ਬਾਂਦਰ ਨੇ ਤਾਂ ਉਹਨੇ ਹੱਥ ਕਰ ਲਏ ਵੀ ਮੈਨੂੰ ਵੀ ਦਿਓ। ਮੂਹਰੇ ਹੋ ਗਿਆ ਸਮਾਂ। ਪ੍ਰਸ਼ਾਦ ਜਦੋਂ ਵਰਤਿਆ, ਪ੍ਰਸ਼ਾਦ ਲੈ ਕੇ ਨੱਠ ਗਿਆ। ਆਪਣੇ ਕੜਾਹ ਪ੍ਰਸ਼ਾਦ ਵਰਤਦਾ, ਉਹਨਾਂ ਦੇ ਹੋਰ ਪ੍ਰਸ਼ਾਦ ਵਰਤ ਜਾਂਦਾ। ਅਤੇ ਕਹਿਣ ਲੱਗੇ ਮਹਾਰਾਜ ਵੀ ਇਹ ਪ੍ਰਸ਼ਾਦ ਨਹੀਂ ਸੀ ਉਹਨੂੰ ਦੇਣਾ, ਵੀ ਬਾਂਦਰ ਤਾਂ ਰੋਜ਼ ਆਉਣ ਲੱਗ ਗਿਆ, ਇਹ ਪ੍ਰਸ਼ਾਦ ਕਰਕੇ ਆਉਂਦਾ ਹੈ। ਸੰਤ ਕਹਿੰਦੇ ਨਹੀਂ ਨਹੀਂ, ਕਹਿੰਦੇ ਪ੍ਰਸ਼ਾਦ ਕਰਕੇ ਤਾਂ ਕਾਹਨੂੰ ਆਉਂਦਾ, ਸੰਤਾਂ ਨੇ ਤਾਂ ਕੋਈ ਵਚਨ ਨਹੀਂ ਕਰਿਆ। ਉਹ ਨਾ ਫਿਰ ਕਥਾ 'ਚ ਬਹਿ ਜਾ ਕਰੇ ਆ ਕੇ ਬਾਂਦਰ। ਪ੍ਰਸ਼ਾਦ ਵਰਤਣ ਤੋਂ ਪਹਿਲਾਂ, ਜੇ ਤਾਂ ਹੁਣ ਪ੍ਰਸ਼ਾਦ ਹੀ ਛਕਣਾ ਆਉਂਦਾ ਫਿਰ ਤਾਂ ਪ੍ਰਸ਼ਾਦ ਦੇ ਟਾਈਮ ਆਉਂਦਾ। ਉਹ ਕਥਾ ਦੇ ਟਾਈਮ ਆਉਣ ਲੱਗ ਗਿਆ, ਬਹਿ ਜਾ ਕਰੇ ਟਿਕ ਕੇ। ਕਿਸੇ ਪ੍ਰੇਮੀ ਨੇ ਕਿਹਾ ਮਹਾਰਾਜ ਜੀ ਆਹ ਦੇਖੋ ਬਾਂਦਰ ਵੀ ਕਥਾ ਸੁਣਦਾ ਹੈ। ਸੰਤ ਕਹਿੰਦੇ ਬਾਂਦਰ ਵੀ ਕਿਤੇ ਕਥਾ ਸੁਣਦਾ ਹੁੰਦਾ? ਬਾਂਦਰ ਦਾ ਕੀ ਕੰਮ ਹੈ ਕਥਾ ਸੁਣਨਾ? ਕਹਿੰਦੇ ਆਹ ਦੇਖੋ ਜੀ ਬੈਠਾ। ਦੇਖ ਕੇ ਸੰਤ ਕਹਿੰਦੇ ਓਏ ਤੂੰ ਕਿਤੇ ਰਾਮਦਾਸ ਤਾਂ ਨਹੀਂ ਹੈ? ਉਹ ਭਾਂਡੇ ਭੰਨਣ ਵਾਲਾ ਤਾਂ ਨਹੀਂ ਤੂੰ? ਬਾਂਦਰ ਨੂੰ ਸਿਮਰਤੀ ਰਹਿ ਗਈ, ਸਿਰ ਮਾਰ ਕੇ ਐਂ ਕਹਿੰਦਾ ਵੀ ਹਾਂ ਉਹੀ ਹੈ। ਜਿੰਨੀ ਵਾਰ ਪੁੱਛਿਆ ਉਨੀ ਵਾਰੀ ਸਿਰ ਮਾਰਿਆ ਵੀ ਉਹੀ ਹੈ। ਕਹਿੰਦੇ ਵੀ ਗੱਲ ਸੁਣ ਲੈ, ਤੈਨੂੰ ਕਥਾ ਸੁਣਾਉਣੀ ਸੀ, ਉਹ ਮਨੁੱਖੀ ਜਾਮੇ 'ਚ ਤਾਂ ਤੂੰ ਸੁਣੀ ਨਹੀਂ। ਕਹਿੰਦੇ ਹੁਣ ਬਾਂਦਰ ਬਣ ਕੇ ਵੀ ਸੁਣਦੇ ਆ। ਕਹਿੰਦੇ ਕਥਾ ਤੋਂ ਬਿਨਾਂ ਖਹਿੜਾ ਛੁੱਟਣਾ ਨਹੀਂ ਸੀ ਤੇਰਾ। ਜੇ ਤੂੰ ਉਦੋਂ ਵਚਨ ਮੰਨ ਲੈਂਦਾ, ਕਥਾ ਸੁਣ ਲੈਂਦਾ, ਬਾਂਦਰ ਨਾ ਬਣਨਾ ਪੈਂਦਾ। ਵੀ ਹੁਣ ਤੂੰ ਬਾਂਦਰ ਬਣ ਗਿਆ, ਇਹ ਤੋਂ ਬਾਅਦ ਕਹਿੰਦੇ ਤੇਰਾ ਭਲਾ ਹੋ ਜਾਊਗਾ। ਉਹ ਬਾਂਦਰ ਕਥਾ ਸੁਣਦਾ ਸੁਣਦਾ ਮਹਾਂਪੁਰਸ਼ਾਂ ਨੇ ਕਥਾ ਦੁਆਰਾ ਉਹਦਾ ਵੀ ਭਲਾ ਕਰ ਦਿੱਤਾ। ਸੁਣ ਹਰ ਕਥਾ ਉਤਾਰੀ ਮੈਲ। ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਸ਼, ਜਦੋਂ ਕੀਰਤਨ ਹੁੰਦਾ ਨੇਤਰ ਬੰਦ ਕਰਕੇ ਐਨ ਧਿਆਨ ਦੇ ਵਿੱਚ ਗੁੜੁੱਚ ਹੋ ਕੇ ਬਹਿ ਜਾ ਕਰਦੇ। ਇਹ ਰਾਗੀ ਸਿੰਘ ਕੀਰਤਨ ਕਰਨ ਲੱਗੇ, ਬਾਬਾ ਜੀ ਆਪਣੇ ਧਿਆਨ 'ਚ ਨਿਮਗਨ ਬੈਠੇ ਨਾ। ਜਦੋਂ ਐਨ ਕੀਰਤਨ ਦਾ ਰਸ ਭਰ ਗਿਆ,
ਤੇ ਉਸ ਵੇਲੇ ਸੰਗਤ ਦੇ ਵਿੱਚ ਹਲਚਲ ਜੀ ਮਚ ਗਈ। ਇੱਕ ਲਗਤ ਰਾਗੀ ਬਾਜਾ ਛੱਡ ਕੇ ਨੱਠ ਗਿਆ। ਹਲਚਲ ਬਾਹਲੀ ਹੋ ਗਈ। ਮਹਾਂਪੁਰਸ਼ ਇਕਲੱਤਰ ਹੋ ਕੇ ਕਹਿੰਦੇ ਇਹ ਕੀ ਗੱਲ ਹੋ ਗਈ? ਪ੍ਰਤਾਪ ਸੀ ਬਹੁਤ ਵੱਡਾ। ਕਹਿੰਦੇ ਮਹਾਰਾਜ ਸੱਪ ਆ ਗਿਆ, ਬਹੁਤ ਬੜਾ ਭਿਆਨਕ ਖੜੱਪਾ ਸੱਪ ਹੈ। ਆ ਜਿਹੜਾ ਕੋਬਰਾ ਸੱਪ ਹੁੰਦਾ ਨਾ, ਜਿਹਦੇ ਪੈੜ ਜੀ ਬਣੀ ਹੁੰਦੀ ਆ ਗਊਏ ਦੀ, ਇਹ 4 ਕੁ ਸੱਪ ਨੇ ਜਿਹੜੇ ਬਾਹਲੇ ਖਤਰਨਾਕ ਹਨ। ਤੇ ਮਹਾਂਪੁਰਸ਼ ਕਹਿੰਦੇ ਕਿੱਥੇ ਆ? ਕਹਿੰਦੇ ਜੀ ਆਹ ਸਾਹਮਣੇ। ਮਹਾਂਪੁਰਸ਼ ਕਹਿੰਦੇ ਡਰੋ ਨਾ, ਇਹਨੇ ਡੰਗ ਨਹੀਂ ਮਾਰਨਾ ਕਿਸੇ ਦੇ। ਲਓ, ਮਹਾਂਪੁਰਸ਼ਾਂ ਨੂੰ ਪਤਾ ਵੀ ਸੱਪ ਹੈ ਜਿਹੜਾ ਇਹ ਆਇਆ ਜ਼ਰੂਰ ਹੈ, ਪਰ ਡੰਗ ਨਹੀਂ ਮਾਰੇਗਾ ਕਿਸੇ ਦੇ। ਰਾਗੀ ਸਿਆਂ ਕੀਰਤਨ ਕਰ। ਕਹਿੰਦੇ ਜੀ ਸੱਪ ਤੇ ਡਰ ਲੱਗਦਾ। ਕਹਿੰਦੇ ਫਿਰ ਗੁਰੂ ਨਾਨਕ ਦੇ ਭਰੋਸਾ ਨਹੀਂ ਨਾ ਹੈ। ਤੂੰ ਬਾਜਾ ਵਜਾਤਾ ਸੀ। ਕਹਿੰਦਾ ਜੀ ਮੈਨੂੰ ਤਾਂ ਸ਼ਬਦ ਭੁਲਾਤੇ ਖੜੱਪੇ ਸੱਪ ਨੇ। ਕਹਿੰਦੇ ਤੂੰ ਐਂ ਕਰੋ ਬੀਨ ਜੀ ਉਹ ਵਜਾ ਦੇ। ਵਜਾਤਾ ਸੀ ਬਾਜਾ। ਜਦੋਂ ਬੀਨ ਜੀ ਵਜਾਉਣ ਲੱਗਿਆ ਸੱਪ ਲੱਗ ਗਿਆ ਝੂਮਣ। ਰਾਗੀ ਉਦੋਂ ਵੀ ਡਰ ਗਿਆ। ਕਹਿੰਦਾ ਵੀ ਬੰਗਾਲਾ ਤਾਂ ਬੀਨ ਵਜਾ ਕੇ ਫੜ ਲੈਂਦਾ, ਇਹ ਆ ਰਿਹਾ ਮੇਰੇ ਕੰਨੀ ਨੂੰ ਸਿੱਧਾ, ਇਹ ਮਾਰੂ ਮੈਨੂੰ ਹੁਣ। ਬਾਬਾ ਜੀ ਨੇ ਕਹਿਤਾ ਬੀਨ ਵਜਾ। ਬੀਨ ਵਜਾਉਣ ਦੇ ਨਾਲ ਤਾਂ ਮੇਰੇ ਹੋਰ ਨੇੜੇ ਆ ਗਿਆ। ਇਹ ਤਾਂ ਬਾਹਲਾ ਕੰਮ ਖਰਾਬ ਹੋ ਗਿਆ। ਬਾਬਾ ਜੀ ਦਾ ਬਚਨ ਵੀ ਮੈਂ ਮੋੜ ਨਹੀਂ ਸਕਦਾ। ਤੇ ਮਹਾਂਪੁਰਸ਼ ਕਹਿੰਦੇ ਰਾਗੀ ਸਿਆਂ ਸ਼ਬਦ ਸ਼ੁਰੂ ਕਰ ਲੈ। ਜਦ ਉਹਨੇ ਸ਼ਬਦ ਸ਼ੁਰੂ ਕੀਤਾ, ਸ਼ਾਂਤ ਹੋ ਕੇ ਧਰਤੀ ਦੇ ਨਾਲ ਹੇਠਾਂ ਲਿਟ ਗਿਆ। ਕੀਰਤਨ ਹੁੰਦਾ ਗਿਆ। ਜਦੋਂ ਸ਼ਬਦ ਸਮਾਪਤ ਹੋਇਆ, ਸਮਾਪਤ ਹੋਣ ਤੋਂ ਬਾਅਦ ਮਹਾਂਪੁਰਸ਼ਾਂ ਨੇ ਇਸ਼ਾਰਾ ਕੀਤਾ ਕੀਰਤਨ ਸਮਾਪਤ ਕਰਨ ਦਾ। ਤੇ ਮਹਾਂਪੁਰਸ਼ ਕਹਿੰਦੇ ਭਾਈ ਵੀ ਤੁਸੀਂ ਡਰਦੇ ਸੀ, ਇਹ ਤਾਂ ਕਿੰਨਾ ਸਾਊ ਬਣਿਆ ਬੈਠਾ। ਕਹਿੰਦੇ ਜੀ ਇਹ ਸਮਝ ਨਹੀਂ ਆਈ। ਕਹਿੰਦੇ ਹੁਣ ਤਾਂ ਜਮੇ ਸ਼ਾਂਤ ਹੋਇਆ ਪਿਆ। ਮਹਾਂਪੁਰਸ਼ ਕਹਿੰਦੇ ਸ਼ਾਂਤ ਹੋ ਗਿਆ ਬਿਲਕੁਲ। ਹਿਲਾ ਕੇ ਦੇਖਿਆ ਸੱਪ ਮਰਿਆ ਪਿਆ। ਕਹਿੰਦੇ ਬਾਬਾ ਜੀ ਇਹ ਕੀ ਹੋ ਗਿਆ? ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਹੈ, ਹੋਰ ਕੀ ਹੋ ਗਿਆ? ਇਹ ਉਹੀ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਜਿਹੜਾ ਪੱਥਰਾਂ ਦੇ ਵਿੱਚ ਪੰਜੇ ਲਾ ਦਿੱਤੇ ਗੁਰੂ ਨਾਨਕ ਨੇ, ਤਪਦੇ ਕੜਾਹੇ ਬੁਝਾ ਦਿੱਤੇ, ਬੜੇ ਬੜੇ ਕਾਸ਼ ਰਾਖਸ਼ ਤਾਰ ਦਿੱਤੇ। ਕਹਿੰਦੇ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆ ਕੇ ਸ਼ਬਦ ਸੁਣ ਕੇ ਸੱਪ ਦਾ ਵੀ ਭਲਾ ਹੋ ਗਿਆ। ਉਹ ਬਾਣੀ ਸੁਣ ਕੇ ਕਿ ਸੱਪ ਦਾ ਵੀ ਭਲਾ ਹੁੰਦਾ ਹੈ। ਆਪਾਂ ਤਾਂ ਮਨੁੱਖੀ ਜਾਮੇ 'ਚ ਬੈਠਿਆਂ ਗੁਰੂ ਪਿਆਰਿਓ, ਤਾਂ ਆਪਣੇ 'ਤੇ ਕਿਰਪਾ ਕੀਤੀ ਹੈ ਮਹਾਂਪੁਰਖਾਂ ਨੇ। ਸਤ ਸੰਗਤ ਦਾ ਆਨੰਦ ਬਣਿਆ ਹੋਇਆ ਹੈ। ਇਸ ਕਰਕੇ ਨਾਮ ਦੀਆਂ ਬਰਕਤਾਂ, ਪਸ਼ੂਆਂ ਨੂੰ ਤਾਰਨਾ, ਪੰਛੀਆਂ ਨੂੰ ਤਾਰਨਾ, ਰਾਖਸ਼ਾਂ ਨੂੰ ਤਾਰਨਾ। ਜੇ ਬਿਰਛਾਂ ਵੱਲ ਵੀ ਨਿਗਾਹ ਹੋ ਗਈ, ਰੀਠੇ ਵੱਲ ਦੇਖਿਆ, ਰੀਠਾ ਕੌੜਾ ਜ਼ਹਿਰ ਵਰਗਾ ਤੇ ਮਿੱਠਾ ਹੋ ਗਿਆ ਅੰਮ੍ਰਿਤ ਵਰਗਾ। ਜਿਵੇਂ ਜੇ ਛੁਹਾਰੇ ਹੁੰਦੇ ਨੇ ਮਿੱਠਾ, ਇਹੋ ਜਿਹਾ ਮਿਠਾਸ ਹੈ। ਤੁਸੀਂ ਵੀ ਕਈਆਂ ਨੇ ਖਾਧੇ ਹੋਣਗੇ, ਮੈਂ ਵੀ ਖਾਧੇ ਹੈ। ਇੱਕ ਰੀਠੇ ਨੇ ਗੁਰੂ ਨਾਨਕ ਦੀ ਅੰਮ੍ਰਿਤ ਦ੍ਰਿਸ਼ਟੀ ਨੂੰ ਕਬੂਲ ਲਿਆ, ਆਪਣੀ ਕੜੱਤਣ ਖਤਮ ਕਰ ਦਿੱਤੀ। ਕਿਉਂ? ਮੇਰੇ ਵੱਲ ਗੁਰੂ ਨਾਨਕ ਨੇ ਵੇਖਿਆ ਹੈ, ਉਹਨੇ ਲਾਜ ਰੱਖੀ, ਅੱਜ ਤੱਕ ਮਿੱਠਾ ਹੈ। ਤੇ ਅਸੀਂ ਸਿੱਖ ਹੋ ਕੇ ਵੀ ਕੌੜੇ ਤੁਰੇ ਫਿਰਦੇ ਹਾਂ। ਬਾਣੀ ਵੀ ਪੜ੍ਹੀ ਜਾਂਦੇ ਹਾਂ, ਕੜੱਤਣ ਵੀ ਅੰਦਰੋਂ ਨਹੀਂ ਗਈ। ਕਿਤੇ ਕਾਮ ਦੀ, ਕਿਤੇ ਕ੍ਰੋਧ ਦੀ, ਕਿਤੇ ਲੋਭ ਮੋਹ ਹੰਕਾਰ ਦੀ ਕੜੱਤਣ ਸਾਰੇ ਫੈਲੀ ਪਈ ਹੈ। ਜਿਵੇਂ ਕਿ ਕਈ ਵਾਰੀ ਕਈਆਂ ਨੂੰ ਜ਼ਹਿਰਵਾ ਹੋ ਜਾਂਦਾ, ਸਾਨੂੰ ਹਉਮੈ ਦਾ ਇਹੋ ਜਿਹਾ ਜ਼ਹਿਰਵਾ ਹੋਇਆ ਹੋਇਆ ਹੈ। ਇਹਦੀ ਦਵਾਈ ਕੇਵਲ ਨਾਮ ਹੈ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸੈ ਇਕਠਾਏ। ਦੋਨੇ ਨਹੀਂ ਰਹਿੰਦੇ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਇਹਨੂੰ ਹਉਮੈ ਨੂੰ ਖਤਮ ਕਰਨ ਦਾ ਇੱਕੋ ਹੀ ਉਪਾਅ ਹੈ। ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ, ਵਾਹਿਗੁਰੂ ਦੀ ਧੁਨ ਜਿਹੜੀ ਹੈ, ਇਹਨੂੰ ਮਾਤਾ ਦੇ ਉਦਰ ਤੋਂ ਬਾਹਰ ਆਉਂਦਿਆਂ ਜੋ ਧੁਨੀ ਬੰਦ ਹੋ ਗਈ ਹੈ, ਜਿਹੜੀ ਲਿਵ ਟੁੱਟ ਗਈ ਹੈ, ਇਹਨੂੰ ਜੋੜਨਾ ਮੁੜ ਕੇ। ਜੇ ਟੂਟੇ ਤਾਂ ਲਿਹੋ ਸਾਂਠ, ਨਹੀਂ ਤਾਂ ਵੀ ਸਾਚੀ ਲਿਵੈ ਬਿਨ
देह निमाणी, देह निमाणी लेवै बाजों, क्या करे विचारिया। लिव नाम बिरती का है, बिरती टुटी हुई है। बिरती जुड़ गई संसार करनी, रब करनी, तो बिरती टुट गई। जिदन रब वाले पासे बिरती जुड़ गई, शब्द के नाल जुड़ गई। शब्द गुरु नानक का रूप है। बाबा जी का वचन है ना, बाबा नंद सिंह जी महाराज का। एक प्रेमी ने कहा, कहते जी मैं 5 पाठ जपजी साहब के कीते है। कहते भलिया ही इउं क्यों नहीं कहता भी मैं 5 बार गुरु नानक के दर्शन करके आया है। जिहड़ा एक बार जपजी साहब का पाठ करता है वो एक बार ही दर्शन करता है गुरु नानक के 8 पैरां च। जिहड़ा 5 वारी करता है 5 बार, जिहड़ा 11 बार करता है 11 बार, जिहड़ा 25 पाठ करता है भाई, तो वो जिहड़ा बार बार पढ़ता जपजी साहब कहते बार बार गुरु नानक के दर्शन कर रहे हैं। बाणी गुरु, गुरु है बाणी, बिच बाणी अमृत सारे। गुरबाणी कहे सेवक जन मानै, प्रतख गुरु निस्तारे। समा हो गया, गुरु किरपा करे। इस तरह भाई समागम होंदे रहन। ये मान सरोवर बना दिता है, सतसंगत मान सरोवर है। तो हंसां दी न्याई आप सारे ਸਰੋਤਾ जन आउंदे हो। ਅੰਮ੍ਰਿਤ ਛਕੋ, गुरु ग्रंथ साहब ਦੇ ਨਾਲ रिश्ता कायम करो। गुरु गोबिंद सिंह साहब महाराज ਦੇ ਧੀਆਂ पुत्र बनो। इस परिवार दे भी शामिल हो। महाराज साहब ने कहा सी, इन पुत्रन के शीश पर बार दिए सुत चार, चार मुए ता क्या हुआ जीवत लाख हज़ार। पुराना पाठ लाख हज़ार है, तो हुण प्रचलित जीवत कई हज़ार, ये प्रचलित हो गए। तो इस करके भाई माता साहब कौर दे पुत्र धीआं बनो, गुरु गोबिंद सिंह साहब महाराज दे पुत्र धीआं बनो, ताकि अगे जमदूत की हिम्मत ना पवे। वो कहे भी गुरु गोबिंद सिंह का पुत्र है, भी जे गलती भी करो महाराज तो भावें जो मर्जी कर लैन, बाप जिहड़ा है ना अपने पुत नूं कदे ठाणे नहीं फसाउंदा। डांग लैके आप भावें नरे छांग देवे ओहदे, तू मेरी बेइज्जती कराई है, पर ठाणे च तां नहीं फसाउंदा। जे असीं माड़े भी हाँ तो आप दे लूगा सज़ा जी ने, सानू तो सज़ा भी मिठी लगूगी जे किते महाराज कुटणगे ना गुरु गोबिंद सिंह जी। ला मैनू जिन्ना कुटण मैं कहूँगा महाराज हो मैनू तो राम जापदा, होर कुटो मैनू, मेरे गुनाह की सज़ा। पर धर्मराज की कचहरी च नहीं जाना पऊगा। गुरु सिखो जिन्हों ने अमृतपान किया, वज्र करैतों तो बच के रहोगे, पंजे ककारां दी संपूर्ण रहत रखोगे, नितनेम पूरा निभाओगे, गुरु ग्रंथ साहिब नूं संपूर्ण रूप के अंदर गुरु नानक का स्वरूप समझोगे, तो फिर भाई की मजाल है। धर्मराज तिनका मित है, उन्हों का मित्र बन जाता है। गुरमुख हथ सकाथान, साध संगत गुर कार कमावै, पानी पखा पीना पैर धोई चरनामित पावै, गुरबाणी लिख पोथियां ताल मिरदंग रिबाब बजावै। ये सारा कुछ हो रहा, हथ सफले हो रहे हैं। सो दास अपने विचारों में इत्थे विश्राम देंदा है। भुलां चुकां दी खिमा करन जी आग्या बख्शो। वाहिगुरू जी का खालसा वाहिगुरू।